ਤੁਹਾਡਾ ਆਪਣਾ ਪ੍ਰੋਗਰਾਮ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਅੱਜ ਦਵਾਂਗੇ ਤਾਜ਼ਾ ਜਾਣਕਾਰੀ। ਸਪਾਊਸ ਵੀਜ਼ੇ ਵਾਲੇ ਖਾਸ ਤੌਰ ਤੇ ਜਿਨ੍ਹਾਂ ਦਾ ਇਸ ਵਕਤ ਸਪਾਊਸ ਵੀਜ਼ਿਆਂ ਨੂੰ ਲੈ ਕੇ ਕੋਈ ਨਾ ਕੋਈ ਅੜਚਨ ਆ ਰਹੀ ਹੈ ਜਾਂ ਤੁਹਾਡਾ ਇਸ ਵਕਤ ਸਪਾਊਸ ਵੀਜ਼ਾ ਨੂੰ ਲੈ ਕੇ ਕੋਈ ਸਵਾਲ ਹੈਗਾ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਇਸ ਤੋਂ ਵੀ ਇਲਾਵਾ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਸਵਾਲ ਹੈ, ਸਾਨੂੰ ਕਾਲ ਕਰ ਸਕਦੇ ਹੋ। ਅੱਜ ਹੈ ਜੀ ਟਿਊਜ਼ਡੇ ਤੇ ਟੋਰਾਂਟੋ ਸਮੇਂ ਦੇ ਮੁਤਾਬਿਕ 3:05 ਹੋ ਚੁੱਕੇ ਨੇ। ਸੋ ਅੱਜ ਲਾਈਵ ਪ੍ਰੋਗਰਾਮ ਵਿੱਚ ਕਰ ਸਕਦੇ ਹੋ ਤੁਸੀਂ ਕਾਲ, ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤਾਜ਼ਾ ਜਾਣਕਾਰੀ ਦੇਣ ਲਈ। जुड़ चुके हैं जी सारे नाल CWC इमिग्रेशन तो मिस्टर गुरप्रीत खैरा, स्वागत है सर। बहुत बहुत शुक्रिया तरन ते सारे दर्शकों ਨੂੰ ਸਤਿ ਸ਼੍ਰੀ ਅਕਾਲ ਜੀ। सर 27,332 ਦੇ ਅਰਾਊਂਡ ਜਿਹੜੀਆਂ ਨੇ ਇਨਵੀਟੇਸ਼ਨਸ ਆ ਚੁੱਕੇ ਨੇ। ਬਹੁਤ ਸਾਰੇ ਅਜਿਹੇ ਹੋਣਗੇ ਵਿੱਚ ਸਪਾਊਸ ਵੀ ਜਿਨ੍ਹਾਂ ਦੇ ਨਾਲ ਹੋਣਗੇ। ਐਕਸਪੈਕਟਡ ਨਹੀਂ ਸੀਗਾ ਪਰ ਇੰਨਾ ਘੱਟ ਡਰਾ ਨਿਕਲਿਆ ਤੇ ਕਈ ਹੁਣ ਸਪਾਊਸਿਸ ਅਜਿਹੇ ਨੇ ਜਿਹਦੇ ਵਿੱਚ ਆਪਾਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ ਕਿ ਕਈਆਂ ਦੇ ਉੱਤੇ ਬੈਨ ਲੱਗਿਆ ਹੋਇਆ। ਸੋ ਆਪਾਂ ਸਿੱਧਾ ਟੌਪਿਕ ਦੇ ਉੱਤੇ ਅੱਜ ਆਈਏ, ਗੱਲਬਾਤ ਕਰੀਏ ਤਾਂ ਸਪਾਊਸ ਕੇਸ ਵਾਲਿਆਂ ਨੂੰ ਇਸ ਵਕਤ ਕਿੰਨੀਆਂ ਕੁ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤਰਨ ਜਿਹੜੇ ਇੰਡੀਵਿਜੂਅਲ ਨੂੰ ਕਿਸੇ ਨੂੰ ਬੈਨ ਲੱਗਿਆ ਹੋਇਆ ਪਹਿਲਾਂ ਆਪਾਂ ਥੋੜੇ ਬੈਨ ਦੀ ਹਿਸਟਰੀ 'ਚ ਜਾਣਾ ਪਊਗਾ ਜੀ। ਜਦੋਂ ਕੋਈ ਸਟੂਡੈਂਟ ਇੱਥੇ ਆਉਂਦਾ ਹੈਗਾ ਤਾਂ ਉਹ ਤੋਂ ਬਾਅਦ ਉਹਨਾਂ ਨੂੰ ਪਤਾ ਹੈਗਾ ਕਿ C42 ਐਗਜ਼ੈਂਪਸ਼ਨ ਦੇ ਥੱਲੇ ਉਹ ਆਪਣੇ ਸਪਾਊਸ ਲਈ ਵਰਕ ਪਰਮਿਟ ਦੀ ਅਰਜ਼ੀ ਕਰ ਸਕਦੇ। ਤੇ ਪਿਛਲੇ ਸਮੇਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਵਰਕ ਪਰਮਿਟ ਦੀ ਐਪਲੀਕੇਸ਼ਨ ਹੈ ਜਿਹੜੀ ਕੀਤੀ। ਬਹੁਤ ਸਾਰਿਆਂ ਦੇ ਸਪਾਊਸ ਇੱਥੇ ਆਏ, ਕਈਆਂ ਦੇ ਕੇਸ ਰਿਫਿਊਜ਼ ਹੋਏ ਤੇ ਕਈ ਕੇਸਿਸ ਦੇ ਵਿੱਚੋਂ ਵੀਜ਼ਾ ਆਫਿਸਰ ਨੇ ਬੈਨ ਵੀ ਲਾਤਾ ਉਹਨਾਂ ਤੇ 5 ਸਾਲ ਦਾ, ਇਹ ਕਹਿ ਕੇ ਕਿ ਤੁਸੀਂ ਇਹ ਵਿਆਹ ਸਿਰਫ ਇਸ ਲਈ ਕਰਾਇਆ ਸੀ ਕਿ ਤੁਸੀਂ ਕੈਨੇਡਾ ਜਾਣਾ ਸੀਗਾ। ਸੋ ਮਤਲਬ ਕਿ ਉਹਨਾਂ ਨੇ ਕੋਈ ਮਿਸ ਰੈਪਰੈਜ਼ੈਂਟੇਸ਼ਨ ਕੀਤੀ ਹੈਗੀ ਹੈ, ਕੋਈ ਗਲਤ ਬਿਆਨੀ ਕੀਤੀ ਹੈ ਜਿਹਦੇ ਕਰਕੇ ਉਹ ਬੈਨ ਉਹਨਾਂ ਨੂੰ ਲੱਗਿਆ ਹੈਗਾ। ਤੇ ਉਹ ਜਦੋਂ ਬੈਨ ਲੱਗ ਜਾਂਦਾ 5 ਸਾਲ ਦਾ ਸੈਕਸ਼ਨ 40 ਦੇ ਥੱਲੇ, ਤਾਂ ਜਿਹੜਾ ਸੈਕਸ਼ਨ 42 ਹੈਗਾ ਉਹ ਕਹਿੰਦਾ ਹੈਗਾ ਕਿ ਜਿਹੜਾ ਤੁਹਾਡਾ ਕੋਈ ਫੈਮਿਲੀ ਮੈਂਬਰ ਹੈ, ਚਾਹੇ ਉਹ ਅਕੰਪਨਿੰਗ ਹੈ ਚਾਹੇ ਉਹ ਨੌਨ ਅਕੰਪਨਿੰਗ ਹੈ, ਕਹਿਣ ਦਾ ਮਤਲਬ ਕਿ ਤੁਹਾਡੀ ਅਰਜ਼ੀ ਨਾਲ ਲਾ ਰਹੇ ਹੋ ਜਾਂ ਨਾਲ ਨਹੀਂ ਲਾ ਰਹੇ ਪਰ ਉਹ ਤੁਹਾਡਾ ਫੈਮਿਲੀ ਮੈਂਬਰ ਹੈ, ਤਾਂ ਵੀ ਤੁਹਾਨੂੰ ਉਹ ਇਨਐਡਮਿਸਿਬਲ ਬਣਾ ਦਿੰਦਾ। ਮਤਲਬ ਤੁਸੀਂ ਵੀ ਨਾ ਦਾਖਲਾ ਯੋਗ ਬਣ ਜਾਂਦੇ ਹੋ, ਤੁਸੀਂ ਵੀ ਕੇਸ ਆਪਦਾ ਅਪਲਾਈ ਨਹੀਂ ਕਰ ਸਕਦੇ ਹੈਗੇ। ਤੇ ਕਈ ਇੰਡੀਵਿਜੂਅਲਸ ਨੂੰ ਇਹ ਗੱਲ ਦਾ ਪਤਾ ਵੀ ਨਹੀਂ ਹੈਗਾ ਕਿ ਉਹਨਾਂ ਨੂੰ ਇਨਐਡਮਿਸਿਬਲ ਬਣਾ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਅਰਜ਼ੀ ਕਿਸੇ ਦੇ ਥਰੂ ਲਾਈ, ਉਹਨੇ ਸਹੀ ਜਾਣਕਾਰੀ ਉਹਨਾਂ ਨੂੰ ਦਿੱਤੀ ਹੈਗੀ ਹੈ। ਤੇ ਪਿੱਛੇ ਜੇ ਇੱਕ ਫੈਡਰਲ ਕੋਰਟ ਆਫ ਕੈਨੇਡਾ ਦਾ ਇੱਕ ਡਿਸੀਜਨ ਆਇਆ ਹੈਗਾ ਜਿਹਦੇ ਵਿੱਚੋਂ ਇਹ ਆਪਾਂ ਡਿਸਕਸ ਵੀ ਕਰਿਆ ਸੀ ਇੱਕ ਵਾਰੀ। ਇੱਕ ਇੰਡੀਵਿਜੂਅਲ ਇੱਥੇ ਲੜਕੀ ਸੀਗੀ, ਉਹਨੇ ਆਪਣੇ ਸਪਾਊਸ ਲਈ ਐਪਲੀਕੇਸ਼ਨ ਕੀਤੀ ਵਰਕ ਪਰਮਿਟ ਦੇ ਉੱਤੇ, ਉਹ ਸਟੂਡੈਂਟ ਸੀ। ਉਸ ਤੋਂ ਬਾਅਦ ਜਦੋਂ ਆਫਿਸਰ ਨੇ ਉਹਨੂੰ ਇੰਟਰਵਿਊ ਕੀਤਾ, ਉਹ ਇੰਟਰਵਿਊ ਕਰਨ ਵੇਲੇ ਉਹ ਸਹੀ ਜਵਾਬ ਨਹੀਂ ਦੇ ਸਕਿਆ ਤੇ ਆਫਿਸਰ ਨੇ ਉਹਦਾ ਕੇਸ ਹੈ ਜਿਹੜਾ ਉਹ ਰਿਫਿਊਜ਼ ਕਰਤਾ। ਰਿਫਿਊਜ਼ ਕਰਕੇ ਨਾਲ ਉਹਦੇ ਤੇ ਬੈਨ ਲਾਤਾ ਕਿ ਤੂੰ ਜਿਹੜੀ ਗਲਤ ਬਿਆਨੀ ਕੀਤੀ ਹੈ, ਮਟੀਰੀਅਲ ਫੈਕਟਸ ਨੂੰ ਵਿਦਹੋਲਡ ਕੀਤਾ ਤੇ ਇਸ ਕਰਕੇ ਤੈਨੂੰ ਜਿਹੜਾ ਬੈਨ ਕੀਤਾ ਜਾਂਦਾ 5 ਸਾਲ ਲਈ। ਉਹ ਇੰਡੀਵਿਜੂਅਲ ਨੂੰ ਅਪੀਲ ਕਰਨਾ ਚਾਹੀਦਾ ਸੀ 60 ਦਿਨਾਂ ਦੇ ਵਿੱਚ ਤਾਂ ਹੀ ਉਹ ਬੈਨ ਹਟਣਾ ਸੀ। ਉਹਨੇ ਅਪੀਲ ਕਰਨ ਦੀ ਬਜਾਏ ਆਪਣੇ ਲੋਕਲ MP ਨੂੰ ਜਾ ਕੇ ਅਪਰੋਚ ਕੀਤਾ ਤੇ MP ਨੂੰ ਅਪਰੋਚ ਕਰਨ ਵੇਲੇ ਉਸ MP ਨੇ ਇੱਕ ਰੀਕਨਸੀਡਰੇਸ਼ਨ ਰਿਕੁਐਸਟ ਹੈ ਜਿਹੜੀ ਉਹ ਪਾਤੀ ਇਮੀਗ੍ਰੇਸ਼ਨ ਮਹਿਕਮੇ ਨੂੰ, ਤੇ ਕੇਸ ਨੂੰ ਫਿਰ ਰੀਕਨਸੀਡਰ ਕਰ ਲਓ। ਉਹਨਾਂ ਕੋਈ ਜਵਾਬ ਨਹੀਂ ਦਿੱਤਾ, ਫਿਰ ਸਮਾਂ ਗੁਜ਼ਰ ਗਿਆ, ਉਹਨੇ ਫਿਰ ਇੱਕ ਰਿਕੁਐਸਟ ਪਾਤੀ ਤੇ ਫਿਰ ਉਹਨੇ ਕੋਈ ਜਵਾਬ ਨਹੀਂ ਦਿੱਤਾ। ਹੁਣ MP ਦੀ ਗੱਲ ਕਿਉਂ ਮੰਨੂਗੇ ਜੀ? ਉਹਨਾਂ ਕੋਲ ਕੋਈ MP ਕੋਲ ਕੋਈ ਪਾਵਰ ਹੈਗੀ ਹੈ ਕਿ ਉਹ ਡਿਸੀਜਨ ਓਵਰਟਰਨ ਕਰਾ ਦੇ ਜੀ। ਉਸੇ ਦੌਰਾਨ 60 ਦਿਨਾਂ ਦਾ ਸਮਾਂ ਜਿਹੜਾ ਗੁਜ਼ਰ ਗਿਆ ਉਹ ਅਪੀਲ ਨਹੀਂ ਕਰ ਪਾਈ। ਇਸੇ ਦੌਰਾਨ ਉਹਨੇ ਇੱਕ ਵਕੀਲ ਨਾਲ ਜਾ ਕੇ ਗੱਲ ਕੀਤੀ, ਵਕੀਲ ਨੇ ਕਿਹਾ ਕਿ ਸਮਾਂ ਗੁਜ਼ਰ ਚੁੱਕਿਆ 60 ਦਿਨਾਂ ਦਾ, ਪਰ ਫਿਰ ਵੀ ਆਪਾਂ ਅਪੀਲ ਦਾਖਲ ਕਰ ਦਿੰਦੇ ਹਾਂ, ਆਪਾਂ ਇਹ ਫੈਕਟ ਦੱਸ ਦਾਂਗੇ ਕਿ ਕੀ ਹੋਇਆ, ਮੇ ਵੀ ਜੱਜ ਆਪਣੀ ਅਪੀਲ ਨੂੰ ਮਨਜ਼ੂਰ ਕਰ ਦੇ। ਜਦੋਂ ਕੇਸ ਅਪੀਲ 'ਚ ਜਾਂਦਾ ਤੇ ਉੱਥੇ ਜਾ ਕੇ ਜੱਜ ਸਾਹਿਬ ਇਸ ਗੱਲ ਨੂੰ ਸਾਹਮਣੇ ਰੱਖਦੇ ਨੇ ਕਿ ਲੈਜਿਸਲੇਚਰ ਹੈ ਜਿਹੜਾ ਪਾਰਲੀਮੈਂਟ ਹੈ ਉਹਦਾ ਕੰਮ ਕਾਨੂੰਨ ਬਣਾਉਣਾ ਤੇ ਉਹਨੇ ਕਾਨੂੰਨ ਬਣਾਇਆ ਕਿ 60 ਦਿਨਾਂ ਦੇ ਵਿੱਚ ਤੁਸੀਂ ਅਪੀਲ ਕਰਨੀ ਹੈਗੀ ਹੈ। ਉਹੀ ਲੈਜਿਸਲੇਟਿਵ ਦਾ ਇੱਕ ਮੈਂਬਰ ਕਹਿ ਰਿਹਾ ਰੀਕਨਸੀਡਰ ਕਰ ਲਓ, ਇਹ ਤਾਂ ਕਹਿ ਨਹੀਂ ਰਿਹਾ ਵੀ ਜਾ ਕੇ ਅਪੀਲ ਕਰ। ਹੁਣ ਜੇ ਮੈਂ ਇਹਨੂੰ ਮਨਜ਼ੂਰ ਕਰ ਦਿੰਨਾ ਤਾਂ ਲੈਜਿਸਲੇਟਿਵ ਜਿਹੜੀਆਂ ਪਾਵਰਸ ਨੇ ਉਹ 'ਚ ਕਿਓਸ ਹੋ ਜਾਊਗਾ। ਮਤਲਬ ਕਿ 60 ਦਿਨ ਫਿਰ ਰੱਖੀ ਕਿਉਂ ਨੇ? ਫਿਰ ਤਾਂ ਕਦੇ ਵੀ ਅਪੀਲ ਕਰ ਲਓ ਤੁਸੀਂ। ਜੇ 60 ਦਿਨ ਰੱਖੇ ਨੇ ਤਾਂ 60 ਦਿਨਾਂ 'ਚ ਅਪੀਲ ਹੋਣੀ ਚਾਹੀਦੀ ਹੈ। ਸੋ ਇਹ ਵੀ ਆਖਿਆ ਤੇ ਨਾਲ ਇਹ ਵੀ ਆਖਤਾ ਕਿ ਉਹ 5 ਸਾਲ ਦਾ ਬੈਨ ਵੀ ਸਹੀ ਹੈਗਾ। ਸੋ ਜਿੰਨੇ ਪਿਛਲੇ ਕੇਸ ਨੇ ਉਹਨਾਂ ਦੇ ਉੱਤੇ ਵੀ ਉਹ ਲਾਗੂ ਹੋ ਗਿਆ। ਬਿਲਕੁਲ ਇਹਦੇ ਬਾਰੇ ਗੱਲ ਕਰਾਂਗੇ, ਸਾਡੇ ਨਾਲ ਦਰਸ਼ਕ ਜੁੜ ਚੁੱਕੇ ਨੇ, ਸੋ ਉਹਨਾਂ ਦੇ ਪਹਿਲਾਂ ਸਵਾਲ ਲੈ ਲਈਏ, ਨਾਲ ਦੀ ਨਾਲ ਅਸੀਂ ਸਪਾਊਸ ਵੀਜ਼ਾ ਦੇ ਬਾਰੇ ਗੱਲ ਕਰਾਂਗੇ। ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਮੇਰੇ ਮਦਰ ਦਾ ਸੁਪਰ ਵੀਜ਼ਾ ਅਪਲਾਈ ਕੀਤਾ ਹੋਇਆ ਉਹਨੇ, ਉਹਦੀ ਬਾਇਓਮੈਟ੍ਰਿਕ ਹੋ ਚੁੱਕੀ ਹੈ ਤੇ ਮੈਂ ਉਸ ਤੋਂ ਪੁੱਛਣਾ ਕਿ ਉਸ ਤੋਂ ਬਾਅਦ ਕਿੰਨਾ ਟਾਈਮ ਲੱਗ ਸਕਦਾ, ਉਹਨਾਂ ਦਾ ਕੀ ਪ੍ਰੋਸੈਸ ਅਗਲਾ ਹੋਏਗਾ ਤੇ ਕਿੰਨਾ ਟਾਈਮ ਲੱਗੇਗਾ ਉਹਨਾਂ ਦਾ ਪਾਸਪੋਰਟ? ਹਾਂਜੀ, ਸੋ ਕਦੋਂ ਅਪਲਾਈ ਕੀਤਾ ਸੀ ਜੀ ਤੁਸੀਂ? ਅਸੀਂ ਕੀਤਾ ਨਵੰਬਰ ਐਂਡ 'ਚ ਤੇ ਇੱਥੇ ਆ ਕੇ ਉਹਨੇ ਆਪਣੀ ਕੈਨੇਡਾ ਆਈ ਸੀ ਤੇ ਇੱਥੇ ਆਪਣੇ ਸਰਵਿਸ ਕੈਨੇਡਾ ਵਿੱਚ ਉਹਨੇ ਆਪਣੀ ਬਾਇਓਮੈਟ੍ਰਿਕ ਦੇ ਦਿੱਤੀ ਹੈ ਫਰਵਰੀ ਦੇ ਲਾਸਟ ਮੰਥ। ਹਾਂਜੀ, ਫਿਰ ਤੁਸੀਂ ਸੁਪਰ ਵੀਜ਼ਾ ਨਹੀਂ ਅਪਲਾਈ ਕੀਤਾ ਹੈਗਾ, ਤੁਸੀਂ ਅਪਲਾਈ ਕੀਤਾ ਹੈਗਾ ਉਹਨਾਂ ਦਾ ਐਕਸਟੈਂਸ਼ਨ ਆਫ ਸਟੇ।
ਨਹੀਂ ਨਹੀਂ ਸੁਪਰ ਵੀਜ਼ਾ ਹੀ ਜੀ। ਉਹ ਕੈਨੇਡਾ ਦੇ ਵਿੱਚ ਨੇ ਜਾਂ ਕੈਨੇਡਾ ਤੋਂ ਬਾਹਰ ਨੇ ਜੀ? ਜਦੋਂ ਸੁਪਰ ਵੀਜ਼ਾ ਕੀਤਾ ਸੀ ਉਹ ਇੰਡੀਆ 'ਚ ਸੀ, ਹੁਣ ਆਏ ਆ ਪਿੱਛੇ ਉਹ 10-15 ਦਿਨ ਪਹਿਲਾਂ, ਉਦੋਂ ਉਹਨਾਂ ਦੀ ਬਾਇਓਮੈਟ੍ਰਿਕ ਕਰਾਤੀ ਇੱਥੇ ਸਰਵਿਸ ਕੈਨੇਡਾ 'ਚ। ਉਹ ਜੇ ਉਹਨਾਂ ਕੋਲੇ ਵੀਜ਼ਾ ਹੈਗਾ ਤੇ ਫਿਰ ਉਹਨਾਂ ਨੂੰ ਹੋਰ ਕਿਸੇ ਵੀਜ਼ੇ ਦੀ ਕੀ ਜ਼ਰੂਰਤ ਸੀਗੀ ਜੀ? ਵਿਜ਼ਟਰ ਵੀਜ਼ਾ ਸੀ ਨਾ, ਸੁਪਰ ਵੀਜ਼ਾ ਵਾਸਤੇ ਅਪਲਾਈ ਕਰਨਾ ਸੀ 2 ਸਾਲ ਦਾ। ਹਾਂਜੀ, ਸੋ ਵਿਜ਼ਿਟਰ ਵੀਜ਼ੇ ਤੇ ਸੁਪਰ ਵੀਜ਼ੇ 'ਚ ਕੋਈ ਬਹੁਤਾ ਫਰਕ ਨਹੀਂ ਹੈਗਾ ਜੀ। ਇੱਕੋ ਹੀ ਫਰਕ ਹੈਗਾ ਕਿ ਜੇ ਸੁਪਰ ਵੀਜ਼ਾ ਹੈਗਾ, ਜਦੋਂ ਤੁਸੀਂ ਪਹੁੰਚਦੇ ਆ ਇੱਥੇ ਤੁਹਾਡੇ ਕੋਲ 1 ਸਾਲ ਦੀ ਇੰਸ਼ੋਰੈਂਸ ਹੈ ਤਾਂ ਤੁਹਾਨੂੰ 2 ਸਾਲ ਤੱਕ ਦੀ ਸਟੇ ਹੈ ਜਿਹੜੀ ਉਹ ਮਿਲ ਸਕਦੀ ਹੈ। ਵਿਜ਼ਿਟਰ ਵੀਜ਼ੇ ਤੁਹਾਨੂੰ 6 ਮਹੀਨੇ ਦੀ ਮਿਲਣੀ ਹੈ। ਜੇ ਤੁਸੀਂ ਆਲਰੇਡੀ ਕੈਨੇਡਾ ਦੇ ਵਿੱਚ ਹੈਗੇ ਹੋ ਤਾਂ ਤੁਸੀਂ 2 ਸਾਲ ਲਈ ਉਹਨੂੰ ਐਕਸਟੈਂਡ ਕਰਾ ਲਓ ਸਟੇ ਨੂੰ, ਫਿਰ 2 ਸਾਲ ਲਈ ਐਕਸਟੈਂਡ ਕਰਾ ਲਓ। ਸੋ ਸੁਪਰ ਵੀਜ਼ੇ ਦੀ ਤਾਂ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਸੀ ਜੇ ਆਲਰੇਡੀ ਉਹਨਾਂ ਕੋਲੇ ਵਿਜ਼ਿਟਰ ਵੀਜ਼ਾ ਸੀਗਾ। ਪਰ ਹੁਣ ਕਿਉਂਕਿ ਉਹ ਇੱਥੇ ਆ ਚੁੱਕੇ ਨੇ ਤੇ ਉਹਨਾਂ ਦਾ ਜਿਹੜਾ ਕੇਸ ਹੈਗਾ ਉਹ ਇੰਡੀਆ ਦੇ ਵਿੱਚ ਹੈ, ਤਾਂ ਉਹਨਾਂ ਦਾ ਪਾਸਪੋਰਟ ਤਾਂ ਜਾ ਨਹੀਂ ਸਕਦਾ ਜੀ। ਉਹਨਾਂ ਨੂੰ ਹੀ ਖੁਦ ਕਦੇ ਜਦੋਂ ਰਿਕੁਐਸਟ ਕੀਤੀ ਜਾਊਗੀ ਉਹਨਾਂ ਨੂੰ ਖੁਦ ਵਾਪਸ ਜਾਣਾ ਪੈਣਾ ਉਦੋਂ ਜੀ। ਵੈਸੇ ਇਸ ਕਾਗਜ਼ ਦੀ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਸੀਗੀ। ਇਹ ਜਿਹੜਾ ਤੁਸੀਂ ਐਪਲੀਕੇਸ਼ਨ ਕੀਤਾ, ਐਪਲੀਕੇਸ਼ਨ ਦਾ ਕੋਈ ਮਤਲਬ ਨਹੀਂ ਸੀਗਾ। ਸ਼ੁਕਰੀਆ ਜੀ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਨੈਕਸਟ ਸਾਡੇ ਨਾਲ ਕਾਲਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? BC ਤੋਂ ਬੋਲ ਰਹੇ ਜੀ। ਜੀ ਹਾਂਜੀ, ਮੈਂ ਸਰ ਨਾਲ ਕੁਐਸਚਨ ਸੀਗਾ ਇੱਕ, ਤੇ ਮੈਂ ਨਾ ਐਕਸਪ੍ਰੈਸ ਐਂਟਰੀ ਦੇ ਵਿੱਚ ਫਾਈਲ ਬਣਾਉਣਾ ਚਾਹੁੰਦਾ, ਜਿਹੜਾ ਕਿ ਮੇਰਾ ਐਕਸਪੀਰੀਅੰਸ 13 ਮਾਰਚ ਨੂੰ ਪੂਰਾ ਹੋਣਾ ਵਾ। ਮੈਂ ਪਹਿਲਾਂ ਪੂਲ ਦੇ ਵਿੱਚ ਫਾਈਲ ਪਾ ਸਕਦਾ? ਨਹੀਂ ਜੀ, ਬਿਲਕੁਲ ਨਹੀਂ ਪਾ ਸਕਦੇ, ਕਿਉਂਕਿ ਜਿਹੜੀ ਰਿਕੁਆਇਰਮੈਂਟ ਹੈਗੀ ਉਹ 1 ਈਅਰ ਹੈਗੀ ਹੈ। ਸੋ 1 ਈਅਰ ਦੇ ਐਕਸਪੀਰੀਅੰਸ ਤੋਂ ਬਾਅਦ ਕਰ ਸਕਦੇ ਹੋ, ਤੇ ਉਹ ਜੇ 1 ਈਅਰ ਨਹੀਂ ਹੋਊਗਾ ਤਾਂ ਉਹ ਨਹੀਂ ਮੰਨਿਆ ਜਾਊਗਾ ਜੀ। ਜੀ ਸ਼ੁਕਰੀਆ ਜੀ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਨੈਕਸਟ ਕਾਲਰ ਇੱਕ ਹੋਰ ਜੁੜ ਗਏ ਨੇ, ਉਹਨਾਂ ਦਾ ਵੀ ਅਸੀਂ ਸਵਾਲ ਲੈ ਲਈਏ। ਤਾਂ ਮੈਂ ਆਪਣੀ ਸਰਵਰ ਟੀਮ ਨੂੰ ਕਹੂੰਗੀ ਨਾਲ ਦੀ ਨਾਲ ਕਾਲ ਜ਼ਰੂਰ ਫਾਰਵਰਡ ਕਰ ਦੇਣ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸੁਪਰ ਵੀਜ਼ਾ ਰਿਗਾਰਡਿੰਗ ਜੀ ਕਿ ਉਹਨਾਂ ਦੇ ਹੁਣ ਬਾਇਓਮੈਟ੍ਰਿਕ ਹੋ ਚੁੱਕੇ ਤੇ ਉਸ ਤੋਂ ਬਾਅਦ ਕਿੰਨੇ ਮਹੀਨੇ ਲੱਗ ਜਾਂਦੇ ਆ ਉਹ ਪਾਸਪੋਰਟ ਜੋ ਮੰਗਵਾਉਂਦੇ, ਮੈਂ ਪੁੱਛਣਾ ਸੀ। ਹਾਂਜੀ, ਉਹਦੇ 'ਚ ਕੋਈ ਟਾਈਮ ਲਿਮਿਟ ਨਹੀਂ ਹੈਗੀ, ਕਿਉਂਕਿ ਜੇ ਕੋਵਿਡ ਕਰਕੇ ਜਿਹੜਾ ਸਟਾਫ ਹੈ ਜੀ ਉਹ ਸਭ ਤੋਂ ਪਹਿਲਾਂ ਪ੍ਰਾਇੋਰਟੀ ਐਪਲੀਕੇਸ਼ਨਸ ਤੇ ਕੰਮ ਕਰ ਰਿਹਾ ਹੈ, ਜਿਹਦੇ ਵਿੱਚੋਂ ਫੈਮਿਲੀ ਕਲਾਸ ਸਭ ਤੋਂ ਪ੍ਰਾਇਰ ਹੈ, ਜਿਨ੍ਹਾਂ ਦਾ F ਨਾਲ ਸ਼ੁਰੂ ਨੰਬਰ ਹੁੰਦਾ ਹੈ, ਜਿਹ 'ਚ ਸਪਾਊਸਸ ਹੈਗੀਆਂ ਨੇ, ਕੈਨੇਡੀਅਨ ਸਿਟੀਜ਼ਨਸ, ਪਰਮਨੈਂਟ ਰੈਜ਼ੀਡੈਂਟਸ, ਤੇ ਫਿਰ ਵਰਕਰਸ ਹੈਗੇ ਨੇ, ਤੇ ਉਹ ਤੋਂ ਬਾਅਦ ਫਿਰ ਸਟੂਡੈਂਟ ਹੈਗੇ ਨੇ। ਇਹ ਟੌਪ ਪ੍ਰਾਇੋਰਟੀ ਮੈਟਰਸ ਨੇ ਤੇ ਬਾਕੀ ਮੈਟਰਸ ਉਹਨਾਂ ਤੋਂ ਬਾਅਦ 'ਚ ਆਉਂਦੇ ਹੈਗੇ ਨੇ। ਤਾਂ ਤੁਹਾਨੂੰ ਕਾਫੀ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਜੀ ਇਹ ਮਾਮਲੇ ਲਈ। ਜੀ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਨੈਕਸਟ ਕਾਲਰ ਜੁੜ ਗਏ ਨੇ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਸਾਡਾ ਸਵਾਲ ਹੈ ਨੈਣੀ ਦੇ ਪੁੱਛਣਾ ਸੀ ਮੈਨੂੰ। ਹਾਂਜੀ ਦੱਸੋ ਜੀ, ਕੀ ਸਵਾਲ ਹੈ ਤੁਹਾਡਾ? ਸਾਡਾ ਨੈਣੀ ਦਾ ਸਵਾਲ ਹੈ ਜੀ। ਹਾਂਜੀ ਹਾਂਜੀ ਦੱਸੋ, ਕੀ ਸਵਾਲ ਕੀ ਹੈ? ਉਹਨਾਂ ਦੇ ਕਿੰਨੇ ਬੈਂਡ ਚਾਹੀਦੇ ਆ ਸਾਨੂੰ, ਫਿਰ ਜੇ ਗੁੱਡੀ ਨੇ ਆਉਣਾ ਹੋਵੇ ਤਾਂ ਕਿੰਨੇ ਬੈਂਡ ਚਾਹੀਦੇ ਲੜ ਚ? ਹਾਂਜੀ 5 ਬੈਂਡ ਚਾਹੀਦੇ ਨੇ, 5 ਬੈਂਡ ਤੋਂ ਘੱਟ ਨਹੀਂ ਚਾਹੀਦੇ। ਹਰ ਮੋਡਿਊਲ 'ਚ ਘੱਟੋ ਘੱਟ 5 ਬੈਂਡ ਹੋਣੇ ਜ਼ਰੂਰੀ ਨੇ ਜੀ। ਸਾਰਿਆਂ ਦੇ 5 ਹਾਂਜੀ ਜੀ। ਅੱਛਾ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਇੱਕ ਕਾਲਰ ਹੋਰ ਜੁੜ ਗਏ ਨੇ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਮੈਡਮ ਸਤਿ ਸ਼੍ਰੀ ਅਕਾਲ ਮੈਡਮ, ਮੈਂ USA ਤੋਂ ਬੋਲਦਾ ਹਾਂ ਜੀ। ਮੇਰੇ ਬੇਟੇ ਦੀ ਮੈਰਿਜ ਹੋਈ ਸੀ ਜੀ, ਕੁੜੀ ਕੈਨੇਡਾ ਆ ਵਰਕ ਪਰਮਿਟ ਤੇ। ਤੇ ਹਾਂਜੀ 3 ਮਹੀਨੇ ਰਹਿ ਕੇ ਉਹਨਾਂ ਵਰਕ ਪਰਮਿਟ ਤੇ ਵਾਪਸ ਕੈਨੇਡਾ ਆ ਗਈ ਆ। ਤੇ ਅਸੀਂ ਆਪਣੇ ਬੇਟੇ ਦਾ ਕਦੋਂ ਅਪਲਾਈ ਕਰ ਸਕਦੇ ਹਾਂ? ਕਿਹਦਾ ਅਪਲਾਈ ਕਰ ਸਕਦੇ? ਸਰ ਮੈਨੂੰ ਤੁਹਾਡਾ ਸਵਾਲ ਸਮਝ ਨਹੀਂ ਆਇਆ, ਤੁਸੀਂ ਦੁਬਾਰਾ ਬੋਲੋਗੇ? ਥੋੜਾ ਜਿਹਾ ਉੱਚੀ ਬੋਲੋਗੇ, ਤੁਹਾਡੀ ਆਵਾਜ਼ ਵੀ ਘੱਟ ਆ ਰਹੀ ਹੈ। ਹਾਂਜੀ ਜੀ ਮੈਡਮ, ਮੈਂ USA ਤੋਂ ਬੋਲਦਾ। ਮੇਰੇ ਬੇਟੇ ਦੀ ਮੈਰਿਜ ਹੋਈ ਸੀ 3 ਮਹੀਨੇ ਪਹਿਲਾਂ ਜੀ। ਤੇ ਲੜਕੀ ਜਿਹੜੀ ਉੱਥੇ ਵਰਕ ਪਰਮਿਟ ਤੇ ਆ ਆਪਣੇ ਕੈਨੇਡਾ। ਜੀ ਜੀ। ਉਹ 3 ਮਹੀਨੇ ਰਹਿ ਕੇ ਆਈ ਆਪਣੇ ਇੰਡੀਆ, ਤੇ ਹੁਣ ਵਾਪਸ ਆ ਗਏ ਆ ਆਪਣੇ ਕੈਨੇਡਾ ਵਾਪਸ ਟੋਰਾਂਟੋ। ਅਸੀਂ ਆਪਣੇ ਬੇਟੇ ਦਾ ਕਦੋਂ ਅਪਲਾਈ ਕਰ ਸਕਦੇ ਹਾਂ? ਉਹਦੇ ਕੋਲੇ B9 ਲੈਵਲ ਦੀ ਜੌਬ ਹੈ ਜੀ। ਹਾਂਜੀ ਨਹੀਂ, ਉਹ ਸੀ ਹੈ ਜੀ। ਹਾਂਜੀ, ਫਿਰ ਉਹ ਨਹੀਂ ਕਰ ਸਕਦੇ ਜੀ। ਪਹਿਲਾਂ B ਜੌਬ ਹੈ ਜਿਹੜੀ ਘੱਟੋ ਘੱਟ ਉਹ ਹੋਣੀ ਚਾਹੀਦੀ ਹੈ। ਉਹਦੇ ਕੋਲ 3 ਪੇ ਸਟੱਬਸ ਹੋਣੀਆਂ ਚਾਹੀਦੀਆਂ ਨੇ ਪਿਛਲੀਆਂ, ਤੇ ਉਸ ਤੋਂ ਬਾਅਦ ਹੀ ਉਹ ਕਰ ਸਕੂਗੀ ਜੀ। ਤਾਂ ਜੇ ਉਹਦੇ ਕੋਲ C ਜੌਬ ਹੈ ਉਹ ਹਾਲੇ ਐਲੀਜੀਬਲ ਨਹੀਂ ਹੈਗੀ ਹੈ, ਪਹਿਲਾਂ B ਜੌਬ ਹੋਣੀ ਜ਼ਰੂਰੀ ਹੈ। ਤਾਂ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਉਹਦੀ ਮਦਦ ਕਰੀਏ ਤਾਂ ਉਹ ਸਾਡੇ ਆਫਿਸ ਦਾ ਨੰਬਰ ਸਕਰੀਨ ਤੇ ਆ ਰਿਹਾ ਜੀ, ਤੁਸੀਂ ਉਹਨਾਂ ਨੂੰ ਦੱਸ ਦੋਗੇ, ਅਸੀਂ ਉਹਨਾਂ ਦੀ ਮਦਦ ਕਰ ਸਕਾਂਗੇ ਜੀ। ਸ਼ੁਕਰੀਆ ਜੀ ਕਾਲ ਕਰਨ ਲਈ। ਹਾਂਜੀ, ਅਸੀਂ ਇਸ ਵੇਲੇ ਟੋਰਾਂਟੋ ਦੇ ਵਿੱਚ ਹੀ ਹੈਗੇ ਹਾਂ ਜੀ। ਆਫਿਸ ਦਾ ਨੰਬਰ ਜਿਹੜਾ 905 670 4444 ਹੈ, ਉਹ ਨੰਬਰ ਤੇ ਕਾਲ ਕਰਕੇ ਤੁਸੀਂ ਅੱਗੇ ਅਪਾਇੰਟਮੈਂਟ ਲੈ ਸਕਦੇ ਹੋ ਜੀ। ਸ਼ੁਕਰੀਆ ਜੀ ਕਾਲ ਕਰਨ ਲਈ। ਇੱਕ ਸੈਕਿੰਡ, ਕੈਨ ਯੂ ਰਿਪੀਟ ਯੂਰ ਨੰਬਰ ਪਲੀਜ਼? ਇਟਸ ਸਰ ਆਲਰੇਡੀ ਸਕਰੀਨ ਤੇ ਆ ਰਿਹਾ, ਤਿੰਨੋਂ ਆਫਿਸਿਸ ਤੇ ਨੰਬਰ 905 670 4444 ਟੋਰਾਂਟੋ ਦਾ ਨੰਬਰ ਹੈ।
ਠੀਕ ਹੈ, ਥੈਂਕ ਯੂ। ਓਕੇ ਜੀ, ਥੈਂਕ ਯੂ ਸੋ ਮਚ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਗੁਰਜੋਤ ਨਾਮ ਹੈਗਾ, ਬਰੈਂਪਟਨ ਤੋਂ ਬੋਲਦਾ ਪਿਆ ਸੀ। ਹਾਂਜੀ, ਕੁਐਸਚਨ ਸੀਗਾ ਕਿ CIC ਦੀ ਵੈਬਸਾਈਟ ਤੇ ਮੈਂ ਚੈੱਕ ਕਰਦਾ ਪਿਆ ਸੀ, ਉਹਦੇ ਤੇ ਦਿੱਤਾ ਹੋਇਆ ਲਾਈਕ ਜਿਹੜੀ ਕੈਨੇਡੀਅਨ ਗਵਰਨਮੈਂਟ ਹੈਗੀ ਹੈ ਉਹ ਪ੍ਰਾਇੋਰਟਾਈਜ਼ ਕਰਦੀ ਪਈ ਹੈ ਉਹਨਾਂ ਐਪਲੀਕੇਸ਼ਨ ਨੂੰ ਜਿਹੜੀ ਟਰੈਵਲ ਰਿਸਟ੍ਰਿਕਸ਼ਨ ਦੇ ਵਿੱਚ ਐਗਜ਼ੈਂਪਟ ਹੈਗੀਆਂ ਨੇ, ਤੇ ਜਿਹੜਾ ਪੇਰੈਂਟ ਐਂਡ ਗ੍ਰੈਂਡ ਪੇਰੈਂਟ ਦਾ ਪ੍ਰੋਗਰਾਮ ਹੈਗਾ ਉਹ ਵੀ ਇਹਦੇ ਵਿੱਚ ਹੀ ਆਉਂਦਾ ਹੈਗਾ ਐਗਜ਼ੈਂਪਸ਼ਨ ਦੇ ਵਿੱਚ ਜਾਂ ਨਹੀਂ? ਦੋ ਚੀਜ਼ਾਂ ਨੂੰ ਵੱਖਰੇ ਤੌਰ ਕੇ ਜੋੜ ਕੇ ਦੇਖ ਰਹੇ ਹਾਂ ਜੀ। ਆਪਾਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਜੀ ਸਰ। ਸੋ ਜਿਹੜੀਆਂ ਪਹਿਲਾਂ ਤਾਂ ਟਰੈਵਲ ਰਿਸਟ੍ਰਿਕਸ਼ਨਸ ਦੇ ਵਿੱਚ ਐਗਜ਼ੈਂਪਸ਼ਨ ਹੈਗਾ। ਸੋ ਐਗਜ਼ੈਂਪਸ਼ਨ ਬਹੁਤ ਕਿਸਮ ਦੀਆਂ ਹੈਗੀਆਂ ਨੇ, ਜਿਹ ਪੈਰੈਂਟਸ ਨੇ, ਗ੍ਰੈਂਡ ਪੈਰੈਂਟਸ ਨੇ, ਸਪਾਊਸਸ ਨੇ, ਚਿਲਡਰਨ ਨੇ, ਸਿਬਲਿੰਗਸ ਨੇ, ਤੁਸੀਂ ਕਿਸੇ ਨਾਲ ਡੇਟਿੰਗ ਰਿਲੇਸ਼ਨਸ਼ਿਪ 'ਚ ਹੈਗੇ ਹੋ 1 ਸਾਲ ਤੋਂ ਉਹ ਹੈਗਾ, ਐਕਸਟੈਂਡਡ ਫੈਮਿਲੀ ਮੈਂਬਰਸ ਨੇ। ਸੋ ਲੰਬੀ ਸਾਰੀ ਲਿਸਟ ਹੈਗੀ ਐਗਜ਼ੈਂਪਸ਼ਨ ਦੀ। ਇਹ ਤਾਂ ਹੈਗੇ ਜਿਹੜੇ ਟਰੈਵਲ ਐਗਜ਼ੈਂਪਟ ਨੇ। ਉਸ ਤੋਂ ਬਾਅਦ ਇੱਕ ਪ੍ਰਾਇੋਰਿਟੀ ਲਿਸਟ ਹੈਗਾ। ਜਿਹੜਾ ਪ੍ਰਾਇੋਰਿਟੀ ਲਿਸਟ ਹੈ ਉਹਦੇ ਵਿੱਚੋਂ ਫੈਮਿਲੀ ਕਲਾਸ ਐਪਲੀਕੇਸ਼ਨ ਸਭ ਤੋਂ ਟੌਪ ਪ੍ਰਾਇੋਰਟੀ ਤੇ ਨੇ। ਜਿਹੜੇ ਕੈਨੇਡੀਅਨ ਸਿਟੀਜ਼ਨਸ ਤੇ ਪਰਮਨੈਂਟ ਰੈਜ਼ੀਡੈਂਟਸ ਤੇ ਸਪਾਊਸਸ ਨੇ ਉਹਨਾਂ ਨੂੰ ਪ੍ਰਾਇੋਰਟਾਈਜ਼ ਕੀਤਾ ਜਾ ਰਿਹਾ ਹੈ। ਦੂਜੇ ਹੈਗੇ ਆ ਕਿਉਂਕਿ ਵਰਕਰਸ ਟਰੈਵਲ ਐਗਜ਼ੈਂਪਟ ਨੇ, ਸੋ ਵਰਕਰਸ ਐਸੈਂਸ਼ੀਅਲ ਹੋਣ ਕਰਕੇ ਉਹਨਾਂ ਦੀਆਂ ਐਪਲੀਕੇਸ਼ਨਸ ਨੇ। ਤੀਜੇ ਸਟੂਡੈਂਟ ਨੇ। ਸੋ ਸਭ ਤੋਂ ਪਹਿਲਾਂ ਇਹਨਾਂ ਨੂੰ ਪ੍ਰਾਇੋਰਟਾਈਜ਼ ਕੀਤਾ ਜਾ ਰਿਹਾ ਹੈ, ਬਾਕੀ ਐਪਲੀਕੇਸ਼ਨਸ ਉਸ ਤੋਂ ਬਾਅਦ ਚ ਆਉਂਦੀਆਂ ਨੇ। ਨੈਕਸਟ ਕਾਲਰ ਅਸੀਂ ਲੈ ਰਹੀ ਹੈ ਜੀ ਅਗਲਾ ਸਵਾਲ ਵੀ, ਫਿਰ ਅਸੀਂ ਆਪਣੇ ਟੌਪਿਕ ਤੇ ਵਾਪਸ ਆਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਕੀ ਸਵਾਲ ਹੈ? ਹਾਂ, ਸਤਿ ਸ਼੍ਰੀ ਅਕਾਲ ਜੀ ਤੇ ਖੈਰਾ ਸਾਹਿਬ। ਮੈਂ ਬਰੈਂਪਟਨ ਤੋਂ ਬੋਲਦਾ ਜੀ, ਸੁਨੀਤ ਜੀ ਸਰ। ਮੈਂ ਆਪਣੇ ਫਾਦਰ ਸਾਹਿਬ ਦਾ ਤੇ ਮਦਰ ਸਾਹਿਬ ਦਾ PR ਅਪਲਾਈ ਕੀਤੀ ਸੀ ਕੈਨੇਡਾ ਤੋਂ। ਪਹਿਲਾਂ ਸੁਪਰ ਵੀਜ਼ੇ ਦੇ ਆਏ ਹੋਏ ਸੀ ਤੇ ਉਹਨਾਂ ਦਾ ਮੈਡੀਕਲ ਹੋ ਚੁੱਕਿਆ। ਉਹਨਾਂ ਨੇ ਮੈਡੀਕਲ ਦੀ ਰਿਕੁਆਇਰਮੈਂਟ ਕੀਤੀ ਸੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ, ਤੇ ਉਹ ਮੈਡੀਕਲ ਅਸੀਂ ਭੇਜਤਾ 8 ਤਰੀਕ ਨੂੰ ਜੀ। ਤੇ ਉਹ ਹੁਣ ਇੰਡੀਆ ਜਾ ਸਕਦੇ ਆ ਜਾਂ ਕਿੰਨਾ ਸਮਾਂ ਲੱਗੂਗਾ ਇਹਨੂੰ PR ਹੋਣ ਨੂੰ? ਉਹਨਾਂ ਦਾ ਇੱਕ ਵੈਲਕਮ ਲੈਟਰ ਵੀ ਆ ਗਿਆ ਉਹਨਾਂ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਤੇ ਜੀ। ਜੀ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਜੀ ਮੈਂ ਸਰੀ ਤੋਂ ਬੋਲਦਾ ਜੀ। ਜੀ ਦੱਸੋ ਜੀ, ਕੀ ਸਵਾਲ ਹੈ? ਹਾਂਜੀ, ਮੈਂ ਪੁੱਛਣਾ ਸੀਗਾ ਕਿ ਜਿੱਦਾਂ ਮੈਂ PR ਲਾਈ ਸੀਗੀ ਤੇ ਸਰ ਮੇਰੇ ਬ੍ਰਦਰ ਨੇ ਸਾਡੀ ਫੈਮਿਲੀ ਸਪਾਂਸਰਸ਼ਿਪ PR ਲਾਈ ਸੀ, ਉਹ ਰਿਫਿਊਜ਼ ਹੋ ਗਈ ਸੀ, ਬਟ ਕੁਝ ਅਪੀਲ 'ਚ ਉਹ ਆਫਿਸਰ ਮੰਨ ਗਿਆ ਤੇ ਮੈਨੂੰ ਹੁਣ ਐਕਸਪ੍ਰੈਸ ਐਂਟਰੀ ਦੀ ਵੀ ਆ ਗਈ ਆ, ਤੇ ਮੈਂ ਹੁਣ ਕਿਹਦੇ 'ਚ ਜਾਵਾਂ? ਮੈਨੂੰ ਇਹ ਕਨਫਿਊਜ਼ਨ। ਆਪਾਂ ਟੀਵੀ ਸਕਰੀਨ ਤੇ ਆਨਸਰ ਕੁਝ ਪੁੱਛਣਾ ਚਾਹੁੰਦੇ ਹੋ? ਨਹੀਂ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਲੱਕੀ ਨੇ ਸਰ ਫਿਰ ਤੇ ਹਾਂਜੀ ਬਿਲਕੁਲ ਬ੍ਰੈਂਪਟਨ ਜਿਨ੍ਹਾਂ ਦੀ ਪਹਿਲਾਂ ਕਾਲ ਆਈ ਸੀ ਪੇਰੈਂਟਸ ਦੇ ਬਾਰੇ ਗੱਲ ਕੀਤੀ ਸੀ। ਬਿਲਕੁਲ ਜੀ। ਸੋ ਮੈਡੀਕਲ ਜਿਹੜਾ ਆਉਣਾ ਹੈਗਾ ਪੁਰਾਣੇ ਸਮੇਂ ਦੇ ਵਿੱਚੋਂ 2011 ਤੋਂ ਪਹਿਲਾਂ ਮੈਡੀਕਲ ਉਦੋਂ ਹੀ ਇਸ਼ੂ ਕਰਿਆ ਜਾਂਦਾ ਸੀ ਜਦੋਂ ਕੇਸ ਤੇ ਫੈਸਲਾ ਹੋਣਾ ਹੁੰਦਾ ਸੀਗਾ। 2011 ਤੋਂ ਬਾਅਦ ਡਿਜੀਟਾਈਜੇਸ਼ਨ ਦਾ ਯੁੱਗ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਜਿਹੜਾ ਕੇਸ ਮੈਨੇਜਮੈਂਟ ਸਿਸਟਮ ਸੀ ਉਹਨੂੰ ਗਲੋਬਲ ਕੇਸ ਮੈਨੇਜਮੈਂਟ ਸਿਸਟਮ GCMS ਕਹਿਣ ਲੱਗ ਗਏ। ਉਹਦੇ ਵਿੱਚੋਂ ਬਹੁਤ ਸਾਰਾ ਕੰਮ ਹੈ ਜਿਹੜਾ ਉਹ ਮਸ਼ੀਨ ਕਰਨ ਲੱਗ ਗਈ, ਕੰਪਿਊਟਰ ਕਰਨ ਲੱਗ ਗਿਆ। ਸੋ ਜੇ ਉਹਨੇ ਦੇਖਿਆ ਕਿ ਆਹ ਚੀਜ਼ ਦੀ ਕਮੀ ਹੈ ਤਾਂ ਉਹਨੇ ਚਿੱਠੀ ਭੇਜ ਦੇਣੀ ਹੈਗੀ ਹੈ। ਸੋ ਮੈਡੀਕਲ ਭੇਜਤਾ ਤੇ ਇਸ ਤੋਂ ਮੈਡੀਕਲ ਭੇਜਣ ਤੋਂ ਬਾਅਦ ਉਹਦੀ ਵੈਲਿਡਿਟੀ ਹੈ ਜਿਹੜੀ ਉਹ ਸਾਲ ਹੈ। ਸੋ ਜੇ ਸਾਲ 'ਚ ਕੇਸ ਤੇ ਫੈਸਲਾ ਨਹੀਂ ਹੋਣਾ ਫਿਰ ਇੱਕ ਮੈਡੀਕਲ ਭੇਜ ਦੇਣਾ ਹੈਗਾ। ਪਰ ਬਹੁਤ ਸਾਰੇ ਲੋਕ ਸਟਿਲ ਇਹੀ ਸੋਚਦੇ ਆ ਕਿ ਜੇ ਮੈਡੀਕਲ ਆ ਰਿਹਾ ਤਾਂ ਹੋ ਗਿਆ ਤਾਂ ਮਤਲਬ ਹੁਣ ਇਮੀਗ੍ਰੇਸ਼ਨ ਤੇ ਫੈਸਲਾ ਹੋ ਗਿਆ। ਸੋ ਇਹ ਕੋਈ ਜ਼ਰੂਰੀ ਨਹੀਂ ਹੈਗਾ। ਕਈ ਕੇਸਿਸ ਦੇ ਵਿੱਚ ਇਹ ਹੋ ਸਕਦਾ ਹੈ ਕਿ ਉਹ ਮੈਡੀਕਲ ਹੋ ਗਿਆ ਤੇ ਫੈਸਲਾ ਕਰਨ ਦੇ ਨੇੜੇ ਹੋਵੇ, ਪਰ ਇਹ ਅੰਦਾਜ਼ਾ ਲਾਉਣਾ ਕਿ ਮੈਡੀਕਲ ਹੋ ਗਿਆ ਤੇ ਹੁਣ ਫੈਸਲਾ ਹੋ ਜੂ, ਇਹ ਬਿਲਕੁਲ ਸਹੀ ਨਹੀਂ ਹੈਗਾ। ਹਾਂਜੀ, ਉਹਨੂੰ ਜਦੋਂ ਮਰਜ਼ੀ ਇੰਡੀਆ ਜਾਣ ਜੀ, ਉਹਨਾਂ ਕੋਲੇ ਉਹਨਾਂ ਦਾ ਮੁਲਕ ਹੈਗਾ ਤੇ ਉਹ ਕੇਸ ਨਾਲ ਉਹਦਾ ਕੋਈ ਸੰਬੰਧ ਨਹੀਂ ਹੈਗਾ। ਤੋ ਇਹ ਕਾਊਂਟ ਨਾ ਕਰਨ ਕਿ ਉਹ PR ਹੋ ਕੇ ਜਾਣ। ਆਪਾਂ ਨੂੰ ਨਹੀਂ ਪਤਾ ਉਹਨੂੰ ਕਿੰਨਾ ਸਮਾਂ ਹਾਲੇ ਲੱਗਣਾ ਹੈਗਾ। ਨੈਕਸਟ ਸਰੀ ਤੋਂ ਜਿਨ੍ਹਾਂ ਦੀ ਕਾਲ ਆਈ ਸੀ ਜਿਹੜੇ ਕਹਿ ਰਹੇ ਨੇ ਕਿ ਅਪੀਲ ਦੇ ਵਿੱਚ ਆਫੀਸਰ ਮੰਨ ਚੁੱਕਿਆ ਤੇ ਦੂਜੇ ਪਾਸੇ ਐਕਸਪ੍ਰੈਸ ਐਂਟਰੀ ਦਾ ਹੈ। ਜੀ ਬਿਲਕੁਲ। ਸੋ ਅਪੀਲ ਦੇ ਵਿੱਚੋਂ ਐਕਚੁਅਲੀ ਕੋਰਟ ਨੇ ਫੈਸਲਾ ਕਰਨਾ ਹੁੰਦਾ ਜੀ। ਤੋ ਜੇ ਤਾਂ ਜੱਜ ਨੇ ਫੈਸਲਾ ਇਹਨਾਂ ਦੇ ਹੱਕ 'ਚ ਕਰਤਾ ਤੇ ਇਹ ਕੇਸ ਹੈ ਜਿਹੜਾ ਇਹ ਸਾਲ 2014 ਤੋਂ ਬਾਅਦ 'ਚ ਲੱਗਿਆ ਸੀਗਾ ਤੇ ਫਿਰ ਉਦੋਂ ਡੈਫੀਨੇਸ਼ਨ ਆਫ ਡਿਪੈਂਡੈਂਟ ਚਾਈਲਡ ਹੈ ਉਹ ਬਦਲ ਗਿਆ ਸੀਗਾ। ਉਹ ਡੈਫੀਨੇਸ਼ਨ ਇਹ ਕਹਿੰਦਾ ਸੀ ਕਿ ਜੇ ਤੁਸੀਂ 22 ਸਾਲ ਤੋਂ ਛੋਟੇ ਹੈਗੇ ਹੋ ਤੇ ਤੁਸੀਂ ਅਰਜ਼ੀ ਕਰਤੀ ਹੈ ਤਾਂ ਕੋਈ ਫਰਕ ਨਹੀਂ ਪੈਂਦਾ, ਚਾਹੇ ਅਰਜ਼ੀ ਕਦੋਂ ਵੀ ਹੋਵੇ, ਤੁਸੀਂ ਉਹਨਾਂ ਦੇ ਨਾਲ ਹੀ ਪਰਮਾਨੈਂਟ ਹੋਣਾ। ਜੇ ਇਹ ਕੇਸ 2014 ਤੋਂ ਪਹਿਲਾਂ ਲੱਗਿਆ ਸੀ ਤਾਂ ਜਿਹੜੀ ਉਹ ਰਿਕੁਆਇਰਮੈਂਟ ਸੀ ਉਹ ਵੱਖਰੀ ਰਿਕੁਆਇਰਮੈਂਟ ਸੀ। ਉੱਥੇ ਇਹ ਸੀ ਜੇ ਤੁਸੀਂ 22 ਸਾਲ ਤੋਂ ਵੱਡੇ ਹੋਗੇ ਹੋ ਤਾਂ ਤੁਸੀਂ ਕੰਟੀਨਿਊਸਲੀ ਪੜ੍ਹਦੇ ਰਹਿਣਾ ਹੈਗਾ। ਸੋ ਆਪਾਂ ਨੂੰ ਨਹੀਂ ਪਤਾ ਇਹ ਕੇਸ
ਕਿਹੜੇ ਸਮੇਂ ਦਾਖਲ ਕੀਤਾ ਗਿਆ ਸੀ, 2014 ਤੋਂ ਪਹਿਲਾਂ ਸੀ ਜਾਂ 2014 ਤੋਂ ਬਾਅਦ ਚੋਂ ਸੀ। ਜੇ 2014 ਤੋਂ ਬਾਅਦ ਚੋਂ ਹੈ ਤਾਂ ਇਹ ਦੋਵਾਂ 'ਚ ਕੁਆਲੀਫਾਈ ਕਰਦੇ ਆ ਜੀ, ਉਹ ਜੀ 'ਚ ਮਰਜੀ ਅਪਲਾਈ ਕਰ ਲੈਣ। ਪਰ ਜੇ ਇਹ 2014 ਤੋਂ ਪਹਿਲਾਂ ਸੀ ਤੇ ਫਿਰ ਇਹਨਾਂ ਨੇ ਆਲਰੇਡੀ ਕੰਮ ਕਰਨਾ ਸ਼ੁਰੂ ਕਰਤਾ ਤੇ ਫਿਰ ਉਹ ਐਲੀਜੀਬਲ ਨਹੀਂ ਹੈਗੇ ਆ। ਸੋ ਇਹ ਹਾਲੇ ਆਪਾਂ ਨੂੰ ਇਹ ਜਾਣਕਾਰੀ ਨਹੀਂ ਹੈਗੀ ਹੈ ਜੀ। ਬਿਲਕੁਲ। ਤੇ ਸਰ ਆਪਾਂ ਆਪਣੇ ਟੌਪਿਕ ਤੇ ਆਈਏ, ਸਪਾਊਸਸ ਦੇ ਉੱਤੇ ਬੈਨ ਜਿਹੜੇ ਹੈਗੇ ਜਿਹੜੇ ਇੱਥੋਂ ਦੇ ਐਪਲੀਕੈਂਟ ਜਿਹੜੇ ਉਹਨਾਂ ਦੇ ਹੈਗੇ ਨੇ ਉਹਨਾਂ ਤੇ ਕੀ ਅਸਰ ਪੈ ਸਕਦਾ? ਬਿਲਕੁਲ ਤਰਨ, ਜਦੋਂ ਇਹ ਐਪਲੀਕੇਸ਼ਨਸ ਆਈਆਂ, ਇਨਵਾਈਟ ਆਏ ਹੈਗੇ ਆ, ਤੇ ਉਸ ਤੋਂ ਬਾਅਦ ਪਿਛਲੇ ਸਮੇਂ ਦੇ ਵਿੱਚੋਂ ਮੈਂ ਇਹੋ ਜਿਹੇ ਘੱਟੋ ਘੱਟ 8 ਤੋਂ ਲੈ ਕੇ 10 ਕਲਾਇੰਟਸ ਨੂੰ ਘੱਟੋ ਘੱਟ ਮਿਲ ਚੁੱਕਿਆ ਹੈਗਾ ਜਿਨ੍ਹਾਂ ਦੇ ਉੱਤੇ ਇਹ ਇਸ਼ੂ ਹੈ। ਸੋ ਮੈਂ ਸਪੈਸੀਫਿਕਲੀ ਇਹ ਟੌਪਿਕ ਵੀ ਅੱਜ ਇਸੇ ਕਰਕੇ ਡਿਸਕਸ ਕਰਨਾ ਚਾਹੁੰਦਾ ਸੀ ਕਿ ਲੋਕਾਂ ਨੂੰ ਬਹੁਤੀ ਇਸ ਮੁੱਦੇ ਬਾਰੇ ਨੌਲੇਜ ਨਹੀਂ ਹੈਗੀ ਹੈ। ਨੌਲੇਜ ਨਾ ਹੋਣ ਦਾ ਸਭ ਤੋਂ ਵੱਡਾ ਪਹਿਲਾ ਕਾਰਨ ਇਹ ਹੈਗਾ ਕਿ ਉਹ ਇਹੋ ਜਿਹੇ ਲੋਕਾਂ ਦੀ ਮਦਦ ਨਾਲ ਆਪਦਾ ਕੇਸ ਅਪਲਾਈ ਕੀਤਾ ਜਿਨ੍ਹਾਂ ਨੂੰ ਕਾਨੂੰਨ ਦੀ ਜਾਣਕਾਰੀ ਨਹੀਂ, ਨਾ ਇਹ ਆਥੋਰਾਈਜ਼ ਨੇ। ਸੋ ਇੰਡੀਆ ਦੇ ਵਿੱਚੋਂ ਜੋ ਕਾਲਜ ਦਾ ਏਜੰਟ ਹੈਗਾ ਜਿਹਨੇ ਦਾਖਲਾ ਕਰਾਇਆ, ਉਹ ਸਮਝਦੇ ਆ ਕਿਤੇ ਉਹੀ ਉਹਨਾਂ ਦਾ ਰਿਪਰੈਜ਼ੈਂਟੇਟਿਵ ਵੀ ਹੈਗਾ। ਤੇ ਆਪਾਂ ਇੰਡੀਅਨ ਟੈਲੀਵਿਜ਼ਨ ਤੇ ਇਹੋ ਜਿਹੀ ਐਡ ਵੀ ਦੇਖਦੇ ਆ ਜਿੱਥੇ ਕੋਈ ਇਮੀਗ੍ਰੇਸ਼ਨ ਐਕਸਪਰਟ ਵਾਂਗੂ ਬਹਿ ਕੇ ਗੱਲ ਕਰਦੇ ਆ ਜੀ, ਐਡਵਰਟਾਈਜ਼ਮੈਂਟ ਵੀ ਇਹੋ ਜਿਹੀ ਆਉਂਦੀ ਹੈ। ਕਿਉਂਕਿ ਜੇ ਤੁਸੀਂ ਕੈਨੇਡਾ ਦੇ ਅੰਦਰ ਹੋ ਤਾਂ ਜਿਹੜੀ ਕਾਨੂੰਨ ਦੀ ਰਿਕੁਆਇਰਮੈਂਟ ਹੈ, ਲੈਜਿਸਲੇਟਿਵ ਰਿਕੁਆਇਰਮੈਂਟ ਹੈ, ਉਹ ਸੈਕਸ਼ਨ 91 ਦੇ ਥੱਲੇ ਆ। ਸੈਕਸ਼ਨ 91 ਕਹਿੰਦਾ ਤੁਹਾਨੂੰ ਸਿਰਫ 3 ਤਰ੍ਹਾਂ ਦੇ ਲੋਕ ਨੇ ਜਿਹੜੇ ਉਹ ਰਿਪਰੈਜ਼ੈਂਟ ਕਰ ਸਕਦੇ ਨੇ। ਮੈਂਬਰ ICCRC ਜਿਵੇਂ ਮੈਂ ਹੈਗਾ, ਮੈਂਬਰ ਪ੍ਰੋਵਿੰਸ਼ੀਅਲ ਲਾਅ ਸੁਸਾਇਟੀ ਜਿਹੜੀ ਵੀ ਪ੍ਰੋਵਿੰਸ ਦੀ ਲਾਅ ਸੁਸਾਇਟੀ ਹੋਊਗੀ, ਤੇ ਤੀਜਾ ਸ਼ੈਂਬਰ ਦੇ ਕਿਬੈਕ ਜਿਹੜਾ ਕਿਬੈਕ ਦਾ ਬਾਡੀ ਹੈਗੀ ਹੈ, ਉਹਦੇ ਵਿੱਚੋਂ ਜਿਹੜੇ ਮੈਂਬਰ ਨੇ ਉਹ ਕਰ ਸਕਦੇ। ਉਹ ਤੋਂ ਇਲਾਵਾ ਤੁਹਾਨੂੰ ਕੋਈ ਵੀ ਰਿਪਰੈਜ਼ੈਂਟ ਨਹੀਂ ਕਰ ਸਕਦਾ। ਸੋ ਇੱਥੇ ਆਪਾਂ ਨੂੰ ਪਤਾ ਹੈ ਕਿ ਜਿਹੜਾ ਬੰਦੇ ਤੋਂ ਮੈਂ ਸਲਾਹ ਲੈ ਰਿਹਾ ਇਹ ਮਾਨਤਾ ਪ੍ਰਾਪਤ ਹੈ ਤੇ ਇਹਨੂੰ ਲਾਇਸੈਂਸ ਮਿਲਿਆ। ਸੋ ਆਪਾਂ ਡਾਕਟਰ ਕੋਲੇ ਜਾਂਦੇ ਹਾਂ, ਜੋ ਡਾਕਟਰ ਨਾ ਹੋਵੇ ਆਪਾਂ ਇਲਾਜ ਨਹੀਂ ਨਾ ਕਰਾਵਾਂਗੇ। ਪਰ ਜੇ ਕੋਈ ਪੋਰਟਰੇ ਕਰਦਾ ਹੋਵੇ ਮੈਂ ਡਾਕਟਰ ਹਾਂ ਤੇ ਕਾਨੂੰਨ ਉਹਨੂੰ ਕੁਝ ਕਹਿੰਦਾ ਨਾ ਹੋਵੇ, ਇੱਥੇ ਜੇ ਕੈਨੇਡਾ ਦੇ ਅੰਦਰ ਇਹ ਕੋਈ ਪ੍ਰੈਕਟਿਸ ਕਰਦਾ ਲੋਕ ਬਿਨਾਂ ਲਾਇਸੈਂਸ ਤੋਂ, ਉਹਨੂੰ $50,000 ਦਾ ਜੁਰਮਾਨਾ ਤੇ 2 ਸਾਲ ਤੱਕ ਦੀ ਕੈਦ ਹੈ ਜਿਹੜੀ ਹੋ ਸਕਦੀ ਹੈ। ਗੱਲ ਕਰਾਂਗੇ ਇਹਦੇ ਬਾਰੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਬ੍ਰੈਂਟਨ ਤੋਂ ਬੋਲ ਰਿਹਾ ਮੈਂ। ਇਹ ਗੱਲ ਜਿੱਦਾਂ ਹੁਣ ਐਕਸਪੀਰੀਅੰਸ ਕਲਾਸ ਹੈ ਜੀ, ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਹੜੇ ਪ੍ਰੀਸਟ ਹੈ ਜਾਂ ਕੋਈ ਗੁਰੂ ਘਰ 'ਚ ਕੰਮ ਕਰ ਰਿਹਾ, ਗ੍ਰੰਥੀ ਜਾਂ ਮੰਦਿਰ 'ਚ ਪੰਡਿਤ ਕੰਮ ਕਰ ਰਿਹਾ ਹੈ, ਉਹ ਐਕਸਪੀਰੀਅੰਸ ਕਲਾਸ ਅਪਲਾਈ ਕਰ ਸਕਦੇ ਕਿ ਉਹਨਾਂ ਦੀ ਡਿਫਰੈਂਟ ਕੈਟਾਗਰੀ ਹੋਏਗੀ PR ਲਈ, ਜਿਹੜੇ ਘੱਟ ਤੋਂ ਘੱਟ 4-5 ਸਾਲ ਤੋਂ ਕੰਮ ਕਰ ਰਹੇ ਨੇ? ਸਰ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਜੀ ਸਰ। ਕਾਲਰ ਇੱਕ ਹੋਰ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸ਼ਾਇਦ ਫੋਨ ਡਿਸਕਨੈਕਟ ਹੋ ਗਿਆ ਜੀ ਸਰ, ਆਪਾਂ ਇਹਨਾਂ ਦਾ ਜਵਾਬ ਦੇ ਜੀ। ਬਿਲਕੁਲ। ਸੋ ਰਿਲੀਜੀਅਸ ਵਰਕਰਸ ਜਾਂ ਪ੍ਰੀਚਰਸ ਲਈ ਇੱਕ ਬਿਲਕੁਲ ਡਿਫਰੈਂਟ ਕੈਟਾਗਰੀ ਹੈਗਾ ਜੀ, ਪਰ ਉਹਨਾਂ ਨੇ ਐਕਸਪੀਰੀਅੰਸ ਕਲਾਸ ਹੀ ਅਪਲਾਈ ਕਰਨਾ। ਉਹਨਾਂ ਦੇ ਜੋ ਪੁਆਇੰਟ ਸਿਸਟਮ ਉਹ ਉਹਨਾਂ ਜੌਬ ਆਫਰ ਹੈ ਉਹ ਤੋਂ ਅੱਗੇ ਜਾ ਕਰ ਸਕਦੇ ਨੇ। ਸੋ ਇਹ ਜਿਹੜਾ ਐਕਸਪ੍ਰੈਸ ਐਂਟਰੀ ਹੈਗਾ ਇਹ ਕੋਈ ਕੈਟਾਗਰੀ ਨਹੀਂ ਹੈਗਾ, ਇਹ ਤਾਂ ਸਿਰਫ ਇੱਕ ਪੂਲ ਹੈਗਾ। ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਗੱਲ ਕੀਤੀ ਜਾਵੇ ਉਹ ਚ ਕਾਊਂਟ ਹੋਏ ਐਕਸਪੀਰੀਅੰਸ? ਨਾਟ ਟੈਕਨੀਕਲੀ, ਇਹ ਵੱਖਰੀ ਹੀ ਕੈਟਾਗਰੀ ਹੈਗੀ ਹੈ। ਸੋ ਉਹ ਇੱਕ ਵੱਖਰੇ ਹੀ ਤਰੀਕੇ ਨਾਲ ਉਹਨੂੰ ਅਪਲਾਈ ਕੀਤਾ ਜਾ ਸਕਦਾ। ਹਾਂਜੀ ਬਿਲਕੁਲ ਉਹ ਕਰ ਸਕਦੇ ਨੇ ਤੇ ਇਹ ਇਸੇ ਲਈ ਇਹਨੂੰ ਰੱਖਿਆ ਗਿਆ ਕਿਉਂਕਿ ਇਹ ਜਿਹੜਾ ਪਰਟੀਕੂਲਰ ਏਰੀਆ ਹੈਗਾ ਜਿੱਥੇ ਪ੍ਰੀਚਰਸ ਨੇ ਜਾਂ ਰਿਲੀਜੀਅਸ ਵਰਕਰਸ ਨੇ, ਕਿਉਂਕਿ ਉਹ ਬਹੁਤ ਘੱਟ ਲੋਕ ਹੁੰਦੇ ਆ ਉਹ ਪਰਟੀਕੂਲਰ ਰਿਲੀਜਨ ਨੂੰ, ਕਿਉਂਕਿ ਇੱਕ ਰਿਲੀਜਨ ਨਹੀਂ ਦੁਨੀਆ 'ਚ ਤਾਂ ਹਜ਼ਾਰਾਂ ਰਿਲੀਜਨ ਨੇ, ਇਸੇ ਲਈ ਕੈਨੇਡੀਅਨ ਸਰਕਾਰ ਨੇ ਰੱਖਿਆ। ਬਿਲਕੁਲ ਹੋ ਸਕਦੇ ਆ ਜੀ, ਪਰ ਉਹ ਸਰਟਨ ਕ੍ਰਾਈਟੇਰੀਆ ਜਿਹੜਾ ਲੈਂਗੁਏਜ ਹੋ ਗਿਆ, ਐਕਸਪੀਰੀਅੰਸ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੀ ਐਜੂਕੇਸ਼ਨ ਹੋ ਗਿਆ, ਉਹ ਸਾਰਾ ਕ੍ਰਾਈਟੇਰੀਆ ਉਹਨਾਂ ਨੇ ਪੂਰਾ ਕਰਨਾ ਹੁੰਦਾ। ਨੈਕਸਟ ਕਾਲਰ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ ਜੀ? ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਮ, ਅਸੀਂ USA ਤੋਂ ਬੋਲਦੇ ਜੀ। ਅਸੀਂ ਪੁੱਛਣਾ ਸੀ ਮੈਡਮ ਜਿਵੇਂ ਇੰਡੀਆ ਤੋਂ PR ਵਾਸਤੇ ਆਉਣਾ ਫਾਈਲਾਂ ਜਿਵੇਂ ਲੱਗਣਾ ਮੰਗਾਇਆ ਤੇ ਉਹ ਤੁਸੀਂ ਅਜੇ ਕਦੋਂ ਤੱਕ ਕੱਢਣਗੇ? ਹੁਣ 2-3 ਹਫ਼ਤੇ ਹੋ ਗਏ ਕੱਢਿਆ ਨਹੀਂ ਜੀ। ਜੀ ਸਰ ਐਕਸਪ੍ਰੈਸ ਐਂਟਰੀ ਦੇ ਡਰਾ ਪੁੱਛ ਰਹੇ ਨੇ। ਹਾਂਜੀ ਸੋ ਮੈਂ ਤਰਨ ਪਿਛਲੀ ਵਾਰੀ ਆਪ ਜੀ ਨਾਲ ਪਿਛਲੀ ਵਾਰ ਵੀ ਗੱਲ ਮੈਂ ਆਪ ਜੀ ਨਾਲ ਸਾਂਝੀ ਕੀਤੀ ਸੀ ਕਿ ਆਲਰੇਡੀ ਇਹਦੇ ਤੇ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਰਿਕੁਐਸਟ ਹੈ ਜਿਹੜੀ ਉਹ ਪਾਈ ਹੈਗੀ ਹੈ, ਜਿੱਥੇ ਸਵਾਲ ਪੁੱਛਿਆ ਗਿਆ ਕਿ ਕੀ ਰੈਸ਼ਨਲ ਸੀਗਾ ਇਹਨੂੰ 75 ਨੰਬਰ ਤੱਕ ਲੈ ਕੇ ਆਉਣ ਦਾ, ਤੇ ਨਾਲ ਦੀ ਨਾਲ ਦੂਜਾ ਸਵਾਲ ਇਹ ਪੁੱਛਿਆ ਕਿ ਇਹ ਦੱਸੋ ਕਿ ਘੱਟ ਤੋਂ ਘੱਟ ਸਕੋਰ ਵਾਲਾ ਕਿੰਨਾ ਸੀ। 75 ਵਾਲਾ ਤਾਂ ਨਹੀਂ ਹੋਊਗਾ ਨਾ, ਇਹ ਤਾਂ ਪੋਸੀਬਿਲਿਟੀ ਨਹੀਂ ਕਿਸੇ ਦੇ 75 ਸਕੋਰ ਹੋਣ ਜੀ। ਸੋ ਘੱਟ ਤੋਂ ਘੱਟ ਸਕੋਰ ਵਾਲਾ ਕਿੰਨਾ ਸੀ ਤੇ ਇਹਦਾ ਰੈਸ਼ਨਲ ਕੀ ਹੈਗਾ। ਸੋ ਉਹ ਜਦੋਂ ਗੱਲ ਹੋਊਗੀ ਸਾਂਝੀ ਉਦੋਂ ਪਤਾ ਲੱਗੂ। ਤੇ ਨਾਲ ਦੀ ਨਾਲ ਇਹ ਤੋਂ ਵੀ ਮੈਨੂੰ ਇੱਕ ਕਿਊਰੀਅਸਿਟੀ ਹੋਈ ਹੈਗੀ ਹੈ, ਇੱਕ ਸਵਾਲ ਉੱਠਿਆ ਕਿ
ਇਹਦਾ ਕੀ ਰੈਸ਼ਨਲ ਹੈ ਕਿ ਡਰਾ ਕਦੋਂ ਕੱਢਿਆ ਜਾਂਦਾ, ਇੱਕ ਪਾਰਟਿਕੂਲਰ ਟਾਈਮ ਕਿਉਂ ਨਹੀਂ ਰੱਖਿਆ ਜਾਂਦਾ। ਸੋ ਮੈਂ ਇਹਦੇ ਤੇ ਵੀ ਇਹ ਜਿਹੜਾ ਰਿਕੁਐਸਟ ਕਰੂੰਗੀ। ਬਿਲਕੁਲ ਜਿਸ ਤਰ੍ਹਾਂ ਆਪਾਂ ਰਿਪਰੈਜ਼ੈਂਟੇਟਿਵ ਦੀ ਗੱਲ ਕਰ ਰਹੇ ਸੀਗੇ ਕਿ ਸੋਚ ਸਮਝ ਕੇ ਰਿਪਰੈਜ਼ੈਂਟੇਟਿਵ ਨੂੰ ਚੁਣਿਆ ਜਾਵੇ, ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਇੱਕ ਜੁੜ ਗਏ ਨੇ, ਉਸ ਤੋਂ ਬਾਅਦ ਕੁਝ ਸਮੇਂ ਲਈ ਅਸੀਂ ਕਾਲਸ ਹੋਲਡ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਵਿਨੀਪੈਗ ਤੋਂ। ਹਾਂਜੀ ਦੱਸੋ ਜੀ, ਕੀ ਸਵਾਲ ਹੈ? ਮੈਂ ਇਹ ਪੁੱਛਣਾ ਸੀ ਵੀ ਜਿਹੜਾ ਐਕਸਪ੍ਰੈਸ ਐਂਟਰੀ ਵਾਲਾ ਸਿਸਟਮ ਕੀਤਾ, ਲਾਈਕ ਇਹਨਾਂ ਨੇ ਪੁਆਇੰਟਸ ਲੋਅਰ ਕੀਤੇ ਨੇ, ਕੋਈ ਆਈਡੀਆ ਹੈਗਾ ਵੀ ਇਹ ਕਦੋਂ ਤੱਕ ਰਹਿਣਗੇ, ਲਾਈਕ ਆਉਣ ਵਾਲੇ ਟਾਈਮ ਤੱਕ ਰਹਿਣਗੇ ਜਾਂ ਮਤਲਬ ਕਿੰਨਾ ਟਾਈਮ ਰਹਿਣਗੇ? ਕੈਨੇਡੀਅਨ ਐਕਸਪੀਰੀਅੰਸ ਕਲਾਸ। ਹਾਂਜੀ ਹੁਣੇ ਮੈਂ ਜਵਾਬ ਦੇ ਕੇ ਹਟਿਆ ਜੀ। ਤੁਸੀਂ ਟੀਵੀ ਸਕਰੀਨ ਤੇ ਤੁਸੀਂ ਬੈਕ ਕਰਕੇ ਆਨਸਰ ਸੁਣ ਸਕਦੇ ਹੋ ਫੇਸਬੁੱਕ ਦੇ ਉੱਤੇ। ਸ਼ੁਕਰੀਆ ਜੀ ਬਹੁਤ ਕਾਲ ਕਰਨ ਲਈ। ਜੀ ਸਰ ਆਪਾਂ ਬਿਲਕੁਲ ਤਰਨ। ਸੋ ਉਹਦੇ ਉੱਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਜਦੋਂ ਵੀ ਅਪਲਾਈ ਕਰਨਾ ਹੈਗਾ ਤਾਂ ਸਭ ਤੋਂ ਪਹਿਲਾਂ ਤਾਂ ਦੇਖੋ ਬੰਦਾ ਆਥੋਰਾਈਜ਼ਡ ਹੈ ਕਿ ਨਹੀਂ ਹੈ। ਵੈਸੇ ਵੀ ਜਿਹੜਾ ਮਾਰਚ ਮਹੀਨਾ ਹੈ ਇਹ ਫਰਾਡ ਪ੍ਰੀਵੈਂਸ਼ਨ ਮੰਥ ਦੇ ਤੌਰ ਤੇ ਸਾਰੀ ਦੁਨੀਆ 'ਚ ਕਰਿਆ ਜਾ ਰਿਹਾ ਹੈਗਾ, ਪਰ ਇੰਡੀਅਨ ਗਵਰਨਮੈਂਟ ਹੈ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਜਾਂ ਪਾਰਟਿਕੂਲਰਲੀ ਪੰਜਾਬ ਦੀ ਸਰਕਾਰ ਹੈ, ਉਹ ਇਹਦੇ ਤੇ ਕੋਈ ਬਹੁਤਾ ਕੰਮ ਨਹੀਂ ਕਰ ਰਹੀ ਹੈਗੀ। ਕਾਨੂੰਨ ਇਹ ਹੋਣਾ ਚਾਹੀਦਾ ਹੈ ਕਿ ਜਿਹੜੇ ਮੁਲਕ ਤੁਸੀਂ ਜਾਣਾ ਉੱਥੇ ਦੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ ਨਾ। ਅਸੀਂ ਇਹ ਵੀ ਦੇਖਿਆ ਕਿ ਇਨਫੈਕਟ ਕੈਨੇਡਾ ਗਵਰਨਮੈਂਟ ਨੇ ਵੀ ਇੰਡੀਆ ਦੀਆਂ ਉੱਥੇ ਨਿਊਜ਼ਪੇਪਰਸ ਦੇ ਵਿੱਚ ਐਡਵਰਟਾਈਜ਼ਮੈਂਟ ਦਿੱਤੀ ਹੈ ਕਿ ਫੀਸ ਇੰਨੀ ਹੈਗੀ ਆ, ਸੋ ਇਹਦੇ ਵਿੱਚ ਜਿਹੜਾ ਜੇ ਤੁਹਾਡੇ ਤੋਂ ਇਸ ਤੋਂ ਵੱਧ ਚਾਰਜ ਕੀਤੇ ਜਾਂਦੇ ਆ ਤਾਂ ਉਹ ਫਰਾਡ ਹੈ ਇੱਕ ਤਰੀਕੇ ਨਾਲ। ਬਿਲਕੁਲ ਜੀ, ਪਰ ਉਸ ਗੱਲ ਨੂੰ ਜਿਹੜਾ ਕਾਮਨ ਮੈਨ ਤੱਕ ਪਹੁੰਚਾਉਣਾ ਉਹ ਬਹੁਤ ਡਿਫਿਕਲਟ ਹੈ। ਉਹ ਜਿਹੜੀ ਲੋਕਲ ਗਵਰਨਮੈਂਟ ਹੋਊਗੀ ਉਹ ਤਾਂ ਇਨਫੋਰਸ ਕਰ ਸਕਦੀ ਹੈ। ਕੈਨੇਡੀਅਨ ਸਰਕਾਰ ਨਹੀਂ ਨਾ ਪੰਜਾਬ 'ਚ ਜਾ ਕੇ ਕੁਝ ਇਨਫੋਰਸ ਕਰ ਸਕਦੀ ਹੈ, ਉਹਦੇ ਦਾਇਰੇ ਤੋਂ ਬਾਹਰ ਦੀ ਗੱਲ ਹੈਗੀ ਹੈ ਜੀ, ਉਹਦੀ ਜੁਰਿਸਡਿਕਸ਼ਨ ਤੋਂ ਬਾਹਰ ਦੀ ਗੱਲ ਹੈ। ਤੇ ਦੂਜਾ ਜਿਹੜੇ ਮੀਡੀਆ ਪਲੇਟਫਾਰਮਸ ਨੇ ਉਹਨਾਂ ਨੂੰ ਵੀ ਆਪਣਾ ਸੋਸ਼ਲ ਰਿਸਪੌਂਸਿਬਿਲਿਟੀ ਨਿਭਾਉਣ ਦੀ ਲੋੜ ਹੈ। ਉਹ ਪਹਿਲਾਂ ਦੇਖਣ ਤਾਂ ਸਹੀ ਨਾ ਕਿ ਆਥੋਰਾਈਜ਼ਡ ਹੈ ਕਿ ਨਹੀਂ ਹੈ। ਮੈਂ ਤਾਂ ਇੰਡੀਅਨ ਟੈਲੀਵਿਜ਼ਨ ਤੇ ਹੈਰਾਨ ਹੋ ਜਾਣਾ ਜੀ ਦੇਖ ਕੇ ਕਿ ਉਹ ਬੰਦੇ ਕੋਲ ਲਾਇਸੈਂਸ ਵੀ ਨਹੀਂ ਹੈਗਾ, ਉਹ ਸਟਿਲ ਉਹ ਸ਼ਰਤੀਆ ਵੀਜ਼ਾ ਲਵਾ ਕੇ ਦੇਵਾਂਗੇ, ਇਹੋ ਜਿਹੀ ਗੱਲ ਕਰਦੇ ਆ। ਸੋ ਉਹਨਾਂ ਕੇਸਿਸ ਦੇ ਵਿੱਚੋਂ ਹੀ ਜਿੱਥੇ ਉਹ ਕਾਨੂੰਨ ਦੀ ਜਾਣਕਾਰੀ ਨਹੀਂ ਹੁੰਦੀ ਹੈਗੀ, ਉਹਨਾਂ ਕੇਸਿਸ 'ਚ ਹੀ ਬੈਨ ਲੱਗਣ ਦੀ ਜ਼ਿਆਦਾ ਗੱਲ ਹੁੰਦੀ ਹੈ। ਤੁਸੀਂ ਸੋਚੋ ਤਰਨ, ਇੱਕ ਇੰਡੀਵਿਜੂਅਲ ਦਾ ਵਿਆਹ ਹੋਇਆ ਹੈਗਾ ਤੇ ਉਹਨੂੰ ਮੈਰਿਜ ਸਰਟੀਫਿਕੇਟ ਵੀ ਹੈ, ਫਿਰ ਵੀ ਉਹਨੂੰ ਬੈਨ ਕਰ ਦਿੱਤਾ ਗਿਆ ਕਿ ਤੇਰਾ ਵਿਆਹ ਦਾ ਪਰਪਸ ਹੈ ਜਿਹੜਾ ਉਹ ਇਮੀਗ੍ਰੇਸ਼ਨ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਬਹੁਤ ਵੱਡੀ ਗਲਤ ਬਿਆਨੀ ਸਾਹਮਣੇ ਆਈ ਹੈਗੀ ਹੈ। ਤੇ ਦੂਜਾ, ਤੁਹਾਡੇ ਕੋਲ ਕਾਨੂੰਨੀ ਰਿਕੁਆਇਰਮੈਂਟ ਹੈ, ਉਹਨੂੰ ਅਪੀਲ ਕਰੋ ਜੇ ਇਹ ਜਿਹਾ ਮਾਮਲਾ ਕੋਈ ਸਾਹਮਣੇ ਆਇਆ। ਹੁਣ ਉਹ ਅਪੀਲ ਤਾਂ ਕਰ ਨਹੀਂ ਸਕਦੇ ਉੱਥੇ ਬੈਠ ਕੇ, ਇਸ ਲਈ ਉਹ ਸਲਾਹ ਵੀ ਨਹੀਂ ਦਿੰਦੇ ਇਸ ਗੱਲ ਦੀ ਕਿ ਤੂੰ ਇਹਨੂੰ ਅਪੀਲ ਕਰ, ਕਿਉਂਕਿ ਉਹਨੂੰ ਖੁਦ ਹੀ ਨਹੀਂ ਜਾਣਕਾਰੀ ਇਸ ਗੱਲ ਦੀ ਹੈਗੀ ਹੈ। ਉਹ ਹੁਣ ਜਿਵੇਂ ਆਪਾਂ ਪਿੱਛੇ ਜਿਹੜੇ ਕੇਸ ਦੀ ਗੱਲ ਕੀਤੀ ਹੈ ਸਿੰਘ ਵਰਸਸ ਮਿਨਿਸਟਰ ਕੇਸ ਦੀ, ਉਹਦੇ ਵਿੱਚੋਂ ਵੀ ਇਹੋ ਜਿਹੀਆਂ ਸਰਕਮਸਟੈਂਸਸ ਜਿਹੜੀਆਂ ਸਾਹਮਣੇ ਆਈਆਂ ਨੇ। ਕਮਿੰਗ ਬੈਕ ਟੂ ਦ ਟੌਪਿਕ, ਸੋ ਜੇ ਕਿਸੇ ਨੂੰ ਇਹੋ ਜਿਹਾ ਬੈਨ ਲੱਗਿਆ ਹੈਗਾ ਤਾਂ ਉਹਦੇ ਉੱਤੇ ਆਲਰੇਡੀ ਬਹੁਤ ਸਾਰਾ ਕੇਸ ਲਾਅ ਹੈ ਜਿਹੜਾ ਉਹ ਐਗਜ਼ਿਸਟ ਕਰਦਾ ਹੈ ਜਿੱਥੇ ਤੁਸੀਂ ਉਹ ਤੋਂ ਬਚ ਸਕਦੇ ਹੈਗੇ। ਪਿੱਛੇ ਵੀ ਕਈ ਇਹ ਜਿਹੇ ਮੁੱਦੇ ਕੋਰਟ ਨੇ ਡਿਸਾਈਡ ਕੀਤੇ ਨੇ ਕਿ ਜਿੱਥੇ ਇੱਕ ਬੰਦੇ ਦੀ ਗਲਤੀ ਦਾ ਜਿਹੜਾ ਹਰਜਾਨਾ ਉਹ ਦੂਜੇ ਨੂੰ ਭੁਗਤਣਾ, ਉਹ ਗਲਤ ਹੈ ਨਾ, ਕਾਨੂੰਨੀ ਤੌਰ ਤੇ ਗਲਤ ਹੈ। ਗਲਤੀ ਕੋਈ ਕਰੇ ਤੇ ਭੁਗਤੇ ਕੋਈ, ਪਰ ਕਾਨੂੰਨ ਹੈ ਜਿਹੜਾ ਉਹ ਨਾਲ ਇਹ ਵੀ ਕਹਿੰਦਾ ਕਿ ਜੇ ਤੁਹਾਡਾ ਉਹ ਫੈਮਿਲੀ ਮੈਂਬਰ ਹੈ ਤਾਂ ਉਹ ਇਨਐਡਮਿਸਿਬਲ ਹੈ, ਨਾਲ ਤੁਸੀਂ ਵੀ ਇਨਐਡਮਿਸਿਬਲ ਹੋ ਜਾਂਦੇ ਹੋ। ਸੋ ਉਹਨੂੰ ਜਿਹੜਾ ਬਚਣਾ ਉਹਦੀ ਕਾਰਵਾਈ ਤੁਸੀਂ ਅੱਜ ਤੋਂ ਸ਼ੁਰੂ ਕਰੋਗੇ ਤਾਂ ਉਹਦਾ ਹੱਲ ਬਣਨਾ। ਰਾਦਰ ਕਿ ਇਹ ਨਹੀਂ ਹੈਗਾ ਕਿ ਤੁਸੀਂ ਐਪਲੀਕੇਸ਼ਨ ਫਾਈਲ ਕਰਤੀ, ਉਹ ਤੋਂ ਬਾਅਦ ਉਹ ਤੁਹਾਨੂੰ ਕਹਿੰਦੇ ਨੇ ਕਿ ਤੂੰ ਇਨਐਡਮਿਸਿਬਲ ਹੈ, ਹੁਣ ਤੂੰ ਐਕਸਪਲੇਨ ਕਰ, ਉਦੋਂ ਤੱਕ ਬਹੁਤ ਦੇਰੀ ਹੈ ਜਿਹੜੀ ਹੋ ਚੁੱਕੀ ਹੁੰਦੀ ਹੈਗੀ ਹੈ। ਤੇ ਕਈ ਕਲਾਸਿਸ ਨੇ ਜਿੱਥੇ ਤੁਸੀਂ ਉਹ ਤੋਂ ਬਚ ਸਕਦੇ ਹੋ ਤੇ ਕਈ ਇਹੋ ਜਿਹੇ ਦਾਇਰੇ ਨੇ ਤੁਸੀਂ ਬਿਲਕੁਲ ਵੀ ਬਚ ਨਹੀਂ ਸਕਦੇ ਹੈਗੇ ਆ। ਪਰ ਉਹ ਤਾਂ ਹੀ ਪੋਸੀਬਲ ਹੋ ਸਕਦਾ ਹੈ ਜੇ ਤੁਸੀਂ ਮੈਟਰ ਨੂੰ ਪਰਸੂ ਕਰਦੇ ਹੋ। ਜਦੋਂ ਇਹ ਇਨਵਾਈਟ ਆਏ ਨੇ ਪਿੱਛੇ ਸਮੇਂ 'ਚ, ਜਦੋਂ ਇੰਡੀਵਿਜੂਅਲਸ ਨੇ ਅਰਜ਼ੀਆਂ ਖੁਦ ਵੀ ਕਈ ਲੋਕ ਆਪ ਕਰਦੇ ਆ, ਤੇ ਮੈਜੋਰਿਟੀ ਉਹੀ ਲੋਕ ਸੀ ਜਿਹੜੇ ਖੁਦ ਕਰਦੇ ਸੀ ਕਿ ਜਦੋਂ ਸਪਾਊਸ ਤੱਕ ਪਹੁੰਚੇ ਤੇ ਉੱਥੇ ਜਾ ਕੇ ਜਦੋਂ ਉਹਨੇ ਬਟਨ ਕਲਿੱਕ ਕਰਿਆ ਤਾਂ ਲਿਖਿਆ ਜੇ ਤੁਹਾਡਾ ਸਪਾਊਸ ਇਨਐਡਮਿਸਿਬਲ ਹੈ ਤਾਂ ਤੁਸੀਂ ਵੀ ਇਨਐਡਮਿਸਿਬਲ ਹੋ ਸਕਦੇ ਹੋ। ਉਹ ਤੋਂ ਪਹਿਲਾਂ ਉਹਨੂੰ ਇਹ ਵਰਡ ਦੀ ਜਾਣਕਾਰੀ ਹੀ ਨਹੀਂ ਸੀਗੀ ਕਿ ਇਨਐਡਮਿਸਿਬਲ ਚੀਜ਼ ਕੀ ਹੁੰਦਾ, ਤੇ ਉਦੋਂ ਹੀ ਆ ਕੇ ਉਹ ਸਲਾਹ ਜਿਹੜੇ ਕਰਦੇ ਹੈਗੇ ਨੇ। ਪਰ ਜੇ 60 ਦਿਨਾਂ ਦੇ ਵਿੱਚ ਨਹੀਂ ਹੈਗਾ ਤਾਂ ਉਹਨੂੰ ਅਪੀਲ ਤਾਂ ਆਪਾਂ ਨਹੀਂ ਕਰ ਸਕਦੇ, ਉਹ ਤਾਂ ਦੇਰੀ ਹੋ ਚੁੱਕੀ ਹੈਗੀ ਹੈ। ਪਰ ਉਹ ਤੋਂ ਬਾਅਦ ਵੀ ਤੁਹਾਡੇ ਕੋਲ ਕਾਨੂੰਨੀ ਹੱਕ ਹੈਗੇ ਨੇ ਜਿਹਦੀ ਤੁਸੀਂ ਵਰਤੋਂ ਕਰ ਸਕਦੇ ਹੋ। ਉਹ ਵਰਤੋਂ ਕਰਨ ਤੋਂ ਬਾਅਦ ਫਿਰ ਉਹਦਾ ਹੱਲ ਹੈ ਜਿਹੜਾ ਉਹ ਹੋ ਸਕਦਾ ਹੈਗਾ। ਪਰ ਇਹ ਪੋਸੀਬਲ ਤਾਂ ਹੈ ਉਹ ਅਰਜ਼ੀ ਕਰਨ ਤੋਂ ਪਹਿਲਾਂ। ਹੁਣ ਜਿਵੇਂ ਆਪਾਂ ਨੂੰ ਪਤਾ ਕਿ ਉਹ ਅਰਜ਼ੀਆਂ ਜਿਹੜੀਆਂ ਹੋਣੀਆਂ ਨੇ ਅਗਲੇ ਦਿਨਾਂ ਦੇ ਵਿੱਚੋਂ, ਤਾਂ ਉਹ ਜੇ ਤੁਹਾਡੇ ਕਿਸੇ ਵੀ ਜਿਹੜਾ ਤੁਸੀਂ ਸੁਣਨ ਵਾਲੇ ਦਰਸ਼ਕ ਆਪਣੇ ਹੈਗੇ ਆ ਸੁਣਨ ਵਾਲੇ ਨੇ, ਉਹਨਾਂ ਦੇ ਕਿਸੇ ਵੀ ਫਰੈਂਡ ਰਿਲੇਟਿਵ ਨੂੰ ਇਹੋ ਜਿਹਾ ਕੋਈ ਬੈਨ ਲੱਗਿਆ ਜਾਂ ਉਹਨਾਂ ਦੇ ਸਪਾਊਸ ਨੂੰ ਬੈਨ ਲੱਗਿਆ ਤੇ ਉਹਨਾਂ ਨੂੰ ਇਨਵਾਈਟ ਆਇਆ ਤੇ ਉਹ ਆਪਣੀ ਅਰਜ਼ੀ ਕਰਨ ਜਾ ਰਹੇ ਨੇ, ਉਹ ਪਹਿਲਾਂ ਸਲਾਹ ਮਸ਼ਵਰਾ ਜ਼ਰੂਰ ਕਰਨ ਜੀ,
ਤਾਂ ਕਿ ਉਹਨਾਂ ਦੇ ਹੱਕ ਦੀ ਗੱਲ ਕੀਤੀ ਜਾ ਸਕੇ, ਉਹਨਾਂ ਦੇ ਬੈਸਟ ਇੰਟਰਸਟ 'ਚ ਗੱਲ ਕੀਤੀ ਜਾ ਸਕੇ ਤੇ ਉਹਨਾਂ ਨੂੰ ਇਹ ਦਾਇਰੇ ਤੋਂ ਬਚਾਇਆ ਜਾ ਸਕੇ। ਬਿਲਕੁਲ, ਪਰ ਇਹ ਹੈ ਕਿ ਐਪਲੀਕੇਸ਼ਨਸ ਲਗਾਉਣ ਤੋਂ ਪਹਿਲਾਂ ਇਹ ਸਭ ਕੁਝ ਗੱਲਾਂ ਦਾ ਵਿਚਾਰ ਕਰਨਾ ਐਬਸੋਲੂਟਲੀ। ਜੇ ਤੁਸੀਂ ਲਾਤੀ ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਤੁਸੀਂ ਇਨਐਡਮਿਸਿਬਲ ਹੋ, ਫਿਰ ਉਹਦਾ ਹੱਲ ਕਰਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਤੁਸੀਂ ਆਲਰੇਡੀ ਕਿੰਨੀ ਸਾਰੀ ਜਾਣਕਾਰੀ ਪ੍ਰੋਵਾਈਡ ਹੈ ਜਿਹੜੀ ਕਰ ਚੁੱਕੇ ਹੋ। ਇਹ ਤਾਂ ਹੈਗਾ ਉਹ ਕੇਸਿਸ ਦੇ ਵਿੱਚ ਜਿਹਦੇ ਵਿੱਚ ਕਿਸੇ ਇੱਕ ਦੀ ਗਲਤੀ ਦਾ ਖਾਮਿਆਜ਼ਾ ਦੂਸਰੇ ਨੂੰ ਭੁਗਤਣਾ ਪੈਂਦਾ, ਕਪਲ ਨੂੰ ਭੁਗਤਣਾ ਪੈਂਦਾ। ਕੁਝ ਅਜਿਹੇ ਕੇਸਿਸ ਵੀ ਸਾਹਮਣੇ ਆਏ ਨੇ ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਥੇ ਆ ਕੇ ਸਪਾਊਸ ਮੁੱਕਰ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਇੰਡੀਆ ਬੈਠਾ ਉਹਨਾਂ ਦਾ ਸਪਾਊਸ ਹੁੰਦਾ ਜਾਂ ਹੋਮ ਕੰਟਰੀ ਦੇ ਵਿੱਚ, ਉਹ ਕੀ ਐਕਸ਼ਨ ਕਰ ਸਕਦਾ, ਕਿ ਉਹਦੇ ਉੱਤੇ ਹੈ ਕੋਈ ਇਹੋ ਜਿਹਾ ਕਿ ਉਹ ਐਕਸ਼ਨ ਕਰ ਸਕੇ? ਬਿਲਕੁਲ ਤਰਨ, ਇਹ ਪਿਛਲੇ ਸਮੇਂ ਤੋਂ ਇਹੋ ਜਿਹੇ ਬਹੁਤ ਸਾਰੇ ਕੇਸਿਸ ਨੇ ਜਿਹੜੇ ਉਹ ਸਾਹਮਣੇ ਆਏ ਨੇ ਕਿ ਜਿੱਥੇ ਉਹ ਇੱਕ ਇੰਡੀਵਿਜੂਅਲ ਨੇ ਉਹ ਸਾਰੀ ਫੀ ਵੀ ਪੇ ਕਰਤੀ ਤੇ ਉਸ ਤੋਂ ਬਾਅਦ ਉਹਨੂੰ ਜਿਹੜਾ ਬੁਲਾਇਆ ਨਹੀਂ ਗਿਆ ਹੈਗਾ। ਤਾਂ ਉਹਨਾਂ ਕੇਸਿਸ ਦੇ ਵਿੱਚੋਂ ਜਿਹੜਾ ਇੰਡੀਵਿਜੂਅਲ ਹੈ, ਕਿਉਂਕਿ ਇਹ ਫਰਾਡ ਹੈਗਾ, ਇੰਡੀਆ ਦੇ ਵਿੱਚੋਂ ਫਰਾਡ ਹੈ ਜਿਹੜਾ ਉਹ ਕ੍ਰਿਮੀਨੈਲਿਟੀ ਦੇ ਵਿੱਚ ਆਉਂਦਾ ਹੈਗਾ। ਜਿਵੇਂ ਤੁਸੀਂ ਸੈਕਸ਼ਨ 420 420 ਧਾਰਾ ਸ਼ੁਰੂ ਹੁੰਦੀ ਹੈ ਉੱਥੇ, ਉਹ ਜਿਹੜੀ ਧਾਰਾ ਹੈਗੀ ਆ ਉਹ ਤੁਹਾਨੂੰ ਇੱਕ ਕ੍ਰਿਮੀਨਲ ਐਕਟੀਵਿਟੀ ਦੇ ਵਿੱਚ ਲੈ ਕੇ ਆਉਂਦੀ ਹੈ। ਸੋ ਜੇ ਤੁਸੀਂ ਇਸ ਕੰਪਲੇਨ ਕਰਦੇ ਹੋ, ਇੱਕ ਕ੍ਰਿਮੀਨੈਲਿਟੀ ਦੀ ਕੰਪਲੇਂਟ ਕਰਦੇ ਹੋ ਇੰਡੀਆ ਦੇ ਵਿੱਚੋਂ, ਤੇ ਉਹ ਇੰਡੀਵਿਜੂਅਲ ਦੇ ਖਿਲਾਫ, ਜਿਹੜੇ ਇੰਡੀਵਿਜੂਅਲ ਨੇ ਧੋਖਾ ਕੀਤਾ, ਮਤਲਬ ਇੱਥੇ ਆ ਗਿਆ ਤੋਂ ਫੀਸ ਲੈ ਲਈ, ਮੁੜ ਕੇ ਤੁਹਾਨੂੰ ਬੁਲਾਇਆ ਨਹੀਂ ਹੈਗਾ, ਉਹ ਤੁਸੀਂ FIR ਕਰਾ ਦਿੰਦੇ ਹੋ, ਤਾਂ ਉਸ ਬੰਦੇ ਦੇ ਖਿਲਾਫ ਕ੍ਰਿਮੀਨਲ ਮਾਮਲਾ ਸ਼ੁਰੂ ਹੋ ਗਿਆ, ਦਰਜ ਹੋ ਗਿਆ। ਉਸ ਤੋਂ ਬਾਅਦ ਉਹ ਕੋਰਟ ਨੇ ਫੈਸਲਾ ਕਰਨਾ ਕਿ ਉਹ ਧੋਖਾਧੜੀ ਹੋਈ ਹੈ ਕਿ ਨਹੀਂ ਹੋਈ। ਪਰ ਜੇ ਕਿਸੇ ਦੇ ਖਿਲਾਫ ਕ੍ਰਿਮੀਨੈਲਿਟੀ ਮਾਮਲਾ ਦਰਜ ਹੋ ਜੇ, ਉਹ ਇਨਐਡਮਿਸਿਬਲ ਹੁੰਦਾ ਕੈਨੇਡਾ ਨੂੰ, ਉਹ ਨਾ ਦਾਖਲਾਯੋਗ ਬਣ ਜਾਂਦਾ। ਜਿਵੇਂ ਹੁਣੇ ਆਪਾਂ ਗੱਲ ਕੀਤੀ ਕਿ ਉਹ ਜੇ ਮਿਸਰੈਪ੍ਰੈਜ਼ੈਂਟੇਸ਼ਨ ਹੋਈ ਤਾਂ ਤੁਸੀਂ ਇਨਐਡਮਿਸਿਬਲ ਹੋ, ਉਵੇਂ ਕ੍ਰਿਮੀਨੈਲਿਟੀ ਵੀ, ਜਿਵੇਂ ਜਦੋਂ ਆਪਾਂ ਅਪਲਾਈ ਕਰਦੇ ਹਾਂ ਪੁਲਿਸ ਕਲੀਅਰੈਂਸ ਆਪਾਂ ਤੋਂ ਮੰਗੀ ਜਾਂਦੀ ਹੈ, ਪਰ ਉਹ ਪੁਲਿਸ ਕਲੀਅਰੈਂਸ ਜੇ ਲਿਖਿਆ ਹੁੰਦਾ ਹੈ ਇਹਦੇ ਖਿਲਾਫ ਇਹ ਕ੍ਰਿਮੀਨਲ ਮਾਮਲਾ, ਫਰਾਡ ਦਾ ਮਾਮਲਾ ਚੱਲ ਰਿਹਾ ਹੈ, ਤਾਂ ਫਿਰ ਉਹਦੀ ਇਮੀਗ੍ਰੇਸ਼ਨ ਨਹੀਂ ਹੋਊਗੀ। ਸੋ ਜੋ ਸਟੂਡੈਂਟ ਹੈ ਉਹ ਅੱਗੇ ਪਤਾ ਸਟੱਡੀ ਪਰਮਿਟ ਐਕਸਟੈਂਡ ਕਰਾਉਂਦਾ ਹੈ ਜਾਂ ਉਹ ਵਰਕ ਪਰਮਿਟ ਲੈਂਦਾ ਹੈ, ਉਹਨਾਂ ਚਿਰ ਉਹ ਮਾਮਲੇ ਤੇ ਰੋਕ ਲੱਗ ਜੂਗੀ ਜਿੰਨਾ ਚਿਰ ਉਹ ਕ੍ਰਿਮੀਨਲ ਮਾਮਲੇ ਦਾ ਫੈਸਲਾ ਨਹੀਂ ਹੁੰਦਾ ਹੈਗਾ। ਸੈਕਸ਼ਨ 36 ਹੈ ਜਿਹੜਾ ਉਹ ਬਹੁਤ ਕਲੀਅਰ ਹੈ ਮਾਮਲੇ ਦੇ ਉੱਤੇ, ਕ੍ਰਿਮੀਨੈਲਿਟੀ ਜਾਂ ਸੀਰੀਅਸ ਕ੍ਰਿਮੀਨੈਲਿਟੀ ਦੇ ਉੱਤੇ, ਕਿ ਜਿੱਥੇ ਜਿਹੜਾ ਜੁਰਮ ਕੈਨੇਡਾ ਤੋਂ ਬਾਹਰ ਹੋਇਆ ਪਰ ਉਹ ਕੈਨੇਡਾ ਦੇ ਵਿੱਚ ਜੁਰਮ ਹੈ ਤੇ ਤਾਂ ਵੀ ਚਾਹੇ ਉਹਨੂੰ ਸਜ਼ਾ ਵੀ ਨਹੀਂ ਹੋਈ ਤਾਂ ਵੀ ਉਹ ਇੰਡੀਵਿਜੂਅਲ ਨੂੰ ਕ੍ਰਿਮੀਨੈਲਿਟੀ ਮੰਨਿਆ ਜਾਊਗਾ। ਜੇ ਉਹ ਜੁਰਮ ਕੈਨੇਡਾ ਉਸ ਜਿਹੜੇ ਮੁਲਕ 'ਚ ਹੋਇਆ ਉੱਥੇ ਜੁਰਮ ਹੈ ਤੇ ਉਹਨੂੰ ਸਜ਼ਾ ਹੋ ਚੁੱਕੀ ਹੈ ਇੰਡੀਵਿਜੂਅਲ ਨੂੰ, ਜਾਂ ਮਾਮਲਾ ਚੱਲ ਰਿਹਾ, ਤਾਂ ਵੀ ਉਹ ਇਨਐਡਮਿਸਿਬਲ ਗਿਣਿਆ ਜਾਊਗਾ। ਤੇ ਜਿਹੜਾ ਇਹੀ ਇੱਕ ਤਰੀਕਾ ਹੈ ਜਿੱਥੇ ਜੇ ਤੁਹਾਡੇ ਨਾਲ ਧੋਖਾ ਹੋਇਆ ਤੇ ਤੁਸੀਂ ਰੋਕ ਹੈ ਜਿਹੜੀ ਲਾ ਸਕਦੇ ਹੋ। ਇਹ ਤਾਂ ਮਾਮਲਾ ਹੋ ਗਿਆ ਤਰਨ ਕਿ ਤੁਸੀਂ ਉਹਨੂੰ ਪਰਸੂ ਕਿਵੇਂ ਕਰਨਾ ਹੈ, ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ ਜੀ? ਬ੍ਰੈਂਪਟਨ ਤੋਂ ਜੀ, ਬ੍ਰੈਂਪਟਨ ਤੋਂ ਜੀ। ਹਾਂ, ਮੇਰੀ ਬੇਟੀ ਨੇ ਨਾ ਫਰਵਰੀ ਚ ਆਇਲਟ ਦਾ ਪੇਪਰ ਦਿੱਤਾ ਸੀ ਐਕਸਪ੍ਰੈਸ ਐਂਟਰੀ ਵਾਸਤੇ, ਠੀਕ ਹੈ ਜੀ। ਉਹਨੇ ਉਸ ਤੋਂ ਬਾਅਦ ਉਹਦੀ ਰਿਵੀਜ਼ਨ ਪਾਈ ਸੀ, ਕੋਈ ਅੰਕ ਘੱਟ ਆਏ ਸੀ, ਉਹ ਫਰਵਰੀ, ਉਹਦਾ ਅਪ੍ਰੈਲ ਚ ਰਿਜ਼ਲਟ ਆਇਆ ਸੀਗਾ ਜੀ, ਠੀਕ ਹੈ, ਉਹ ਚੰਕ ਉਹਦੇ ਵੱਧ ਗਏ ਸੀਗੇ। ਉਹ ਪਲੀਜ਼ ਐ ਦੱਸੋ ਦੀ ਵੈਲਿਡਿਟੀ ਕਦੋਂ ਤੋਂ ਮੰਨੀ ਜਾਊਗੀ, ਫਰਵਰੀ ਤੋਂ ਜਾਂ ਕੋਈ ਜਦੋਂ ਉਹਦਾ ਦੁਬਾਰਾ ਆਏਗਾ? ਜਿਹੜੀ ਵੀ ਤਾਰੀਖ ਉਹਦੇ ਉੱਤੇ ਲਿਖੀ ਹੈ ਜੀ, ਤੁਹਾਡੇ ਡਾਕੂਮੈਂਟ ਦੇ ਉੱਤੇ ਤਾਰੀਖ ਲਿਖੀ ਹੈ ਜੀ? ਨਹੀਂ, ਉਹ ਤਾਂ ਜਿਹੜਾ ਰਿਵੀਜ਼ਨ ਪਾਇਆ ਸੀ, ਉਹ ਤਾਂ ਮੈਂ ਰਿਵੀਜ਼ਨ ਪਾਇਆ ਸੀ ਉਦੋਂ ਤੋਂ ਪਹਿਲਾਂ। ਜਿਹੜੀ ਤਾਰੀਖ ਡਾਕੂਮੈਂਟ ਦੇ ਉੱਪਰ ਲਿਖੀ ਹੈਗੀ ਹੈ ਜੀ, ਡਾਕੂਮੈਂਟ ਤੇ ਤਾਰੀਖ ਦੇਖੋ ਜੀ, ਉੱਥੇ ਲਿਖੀ ਹੋਣੀ ਹੈ। ਜਿਹੜੀ ਤਾਰੀਖ ਡਾਕੂਮੈਂਟ ਤੇ ਲਿਖੀ ਹੈ ਉਹ ਤੋਂ 2 ਸਾਲ ਹੈ ਜੀ। ਸ਼ੁਕਰੀਆ ਜੀ ਕਾਲ ਕਰਨ ਲਈ, ਬਹੁਤ ਬਹੁਤ ਧੰਨਵਾਦ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਬੇਟੇ ਬਿਨੀਬੇਗ ਤੋਂ ਬੋਲ ਰਿਹਾ ਸੀ। ਮੈਂ ਨਾ ਪੁੱਛਣਾ ਸੀਗਾ, ਸਿਟੀਜ਼ਨ ਬਾਰੇ ਪੁੱਛਣਾ ਸੀਗਾ। ਮੇਰੇ ਨਾ 5 ਮਹੀਨੇ ਹੋ ਗਏ ਫਿੰਗਰਪ੍ਰਿੰਟ ਦਿੱਤਿਆਂ ਨੂੰ। 5 ਮਹੀਨੇ ਕਿਸ ਲਈ ਸਰ? 5 ਮਹੀਨੇ ਕਿਸ ਲਈ ਹੋਏ ਤੁਹਾਡੇ? ਫਿੰਗਰਪ੍ਰਿੰਟ ਦਿੱਤਾ, ਮੈਂ ਸੀਨੀਅਰ ਸਿਟੀਜ਼ਨ ਹੈ ਇੱਥੇ ਜੀ, ਫਿੰਗਰਪ੍ਰਿੰਟ ਲਈ ਸਿਟੀਜ਼ਨ ਵਾਸਤੇ ਜੀ। ਤੇ ਉਹ ਪੁੱਛਣਾ ਸੀ ਵੀ ਕਦੋਂ ਕੋ ਆਪਣੇ ਆ ਸਕਦਾ ਹੁਣ ਆਪਣਾ ਸਿਟੀਜ਼ਨ ਲਈ? ਸਿਟੀਜ਼ਨ ਦਾ ਤੁਸੀਂ ਟੀਵੀ ਸਕਰੀਨ ਤੇ ਆਨਸਰ ਕਰ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਜੀ ਸਰ। ਫਿੰਗਰਪ੍ਰਿੰਟ ਦੇ ਉੱਤੇ ਜਿਵੇਂ ਆਪਾਂ ਕ੍ਰਿਮੀਨੈਲਿਟੀ ਦੀ ਗੱਲ ਕਰ ਰਹੇ ਸੀ, ਫਿੰਗਰਪ੍ਰਿੰਟ ਕ੍ਰਿਮੀਨੈਲਿਟੀ ਦੇਖਣ ਲਈ ਹੀ ਕਰੇ ਜਾਂਦੇ ਨੇ ਜੀ। ਤੇ ਇਹ ਜਿਹੜਾ ਹੈਗਾ ਉੱਥੇ ਕਾਫੀ ਏਜੰਸੀਜ਼ ਇਨਵੋਲਡ ਹੁੰਦੀਆਂ ਨੇ, RCMP ਹੈ, CSIS ਹੈ, ਉਹਨਾਂ ਨੂੰ ਵੱਖਰੇ ਥਾਵੇਂ ਭੇਜੇ ਜਾਂਦੇ ਨੇ ਤੇ ਉਹ ਆਪਣੀ ਰਿਪੋਰਟ ਜਿਹੜੀ ਦਿੰਦੇ ਆ। ਤੇ ਪਿਛਲੇ ਸਮੇਂ ਦੇ ਵਿੱਚ ਮੈਂ ਦੇਖਿਆ ਜਿੱਥੇ ਬਹੁਤ ਕਾਮਨ ਨੇਮਸ ਹੈਗੇ ਆ, ਜਿੱਥੇ ਲਾਸਟ ਨੇਮ ਨਹੀਂ ਇਕੱਲਾ ਸਿੰਘ ਜਾਂ ਕੌਰ ਹੈਗਾ, ਤੇ ਡੇਟ ਆਫ ਬਰਥ ਸਾਂਝੀ, ਉਹ ਕਈ ਵਾਰੀ ਹੋਰ ਲੋਕਾਂ ਨਾਲ ਵੀ ਜਿਹੜਾ ਮਿਲ ਜਾਂਦੇ ਆ ਜੀ। ਤੋ ਇਹ ਕਹਿਣਾ ਬਹੁਤ ਮੁਸ਼ਕਲ ਹੈ ਕਿ ਉਹਦਾ ਰਿਜ਼ਲਟ ਕਦੋਂ ਆਊਗਾ। ਜੇ ਤਾਂ
ਅਨਕਾਮਨ ਨੇਮ ਹੈ ਫਿਰ ਉਹਨੂੰ ਸਰਚ ਕਰਨਾ ਵੀ ਸੌਖਾ ਹੁੰਦਾ, ਪਰ ਜੋ ਬਹੁਤ ਕਾਮਨ ਨੇਮ ਹੈ ਕਈ ਵਾਰੀ ਉਹ ਸਰਚ ਇਸ਼ੂ ਹੁੰਦਾ। ਪਰ ਇਹਦੇ 'ਚ ਜਿਵੇਂ ਤੁਸੀਂ ਰੀਅਲੀ ਕੁਝ ਨਹੀਂ ਕਰ ਸਕਦੇ ਹੈਗੇ, ਜਿੰਨਾ ਚਿਰ ਬਾਕੀ ਏਜੰਸੀਆਂ ਉਹਦੀ ਕਲੀਅਰੈਂਸ ਰਿਪੋਰਟ ਨਹੀਂ ਭੇਜਦੀਆਂ ਉਦੋਂ ਤੱਕ ਉਹਦੇ ਤੇ ਰੋਕ ਹੈ ਜਿਹੜੀ ਉਹ ਲੱਗੀ ਰਹੂਗੀ। ਜੀ ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਅਮਨ ਬੋਲ ਰਿਹਾ ਜੀ, ਮੈਂ ਚਾਈਨਾ ਤੋਂ ਸਸਕੈਚੁਅਨ ਤੋਂ। ਜੀ ਸਰ। ਜੀ ਮੇਰਾ ਸਵਾਲ ਸੀਗਾ, ਐਕਚੁਅਲੀ ਮੈਂ ਇੱਥੇ ਸਸਕੈਚੁਅਨ 'ਚ ਐਜ਼ ਅ ਟਰੱਕ ਡਰਾਈਵਰ ਜੌਬ ਕਰਦਾ ਤੇ ਮੈਂ LMI ਤੇ ਮਤਲਬ ਵਰਕ ਪਰਮਿਟ ਤੇ ਹੈਗਾ ਇੱਥੇ ਤੇ ਮੇਰੇ ਐਕਚੁਅਲੀ ਮੇਰੀ ਵਾਈਫ ਤੇ ਮੇਰੇ ਬੱਚੇ ਇੰਡੀਆ ਰਹਿੰਦੇ ਆ ਤੇ ਮੈਂ ਉਹਨਾਂ ਕੋਲ ਵਿਜ਼ਟਰ ਪਰਮਿਟ ਹੈਗੇ, ਵਿਜ਼ਟਰ ਵੀਜ਼ਾ ਲੱਗੇ ਹੋਏ ਆ, ਬਟ ਡਿਊ ਟੂ ਕੋਵਿਡ ਲਾਸਟ ਈਅਰ ਤੋਂ ਆ ਨਹੀਂ ਪਾ ਰਹੇ ਹੈ। ਠੀਕ ਹੈ, ਤੇ ਮੈਂ 2 ਵਾਰ ਮੈਂ ਐਕਚੁਅਲੀ ਮੈਂ ਉਹ ਜਿਹੜੀ ਇਹਨਾਂ ਨੇ ਅਗਰ ਤੁਹਾਨੂੰ ਕੁਛ ਅਪਰੂਵਲ ਚਾਹੀਦਾ ਤੇ ਉਹ ਭੇਜ ਕੇ ਮੇਲ ਭੇਜ ਕੇ ਅਪਰੂਵਲ ਲਈ ਤੁਸੀਂ ਲਿਖੋ ਤਾਂ ਉਹ ਦੇ ਸਕਦੇ ਆ। ਤੇ ਮੈਂ ਮੇਰੀ ਵਾਈਫ ਨੇ ਇੰਡੀਆ ਤੋਂ ਭੇਜੀ ਸੀ ਮੇਲ ਤੇ IRCC ਨੂੰ ਤੇ ਉਹਨਾਂ ਨੇ ਰਿਫਿਊਜ਼ ਕਰਤੀ ਦੋਨੋਂ ਵਾਰ ਕਰਕੇ ਕਹਿ ਕੇ ਕਿ ਤੁਹਾਨੂੰ ਲਾਈਕ ਉਹਦੇ 'ਚ ਨਹੀਂ ਆਉਂਦਾ ਐਸੈਂਸ਼ੀਅਲ ਉਹਦੇ 'ਚ ਨਹੀਂ ਆ ਰਿਹਾ, ਟਰੈਵਲ ਨਹੀਂ ਆ ਰਿਹਾ ਤੇ ਤੁਸੀਂ ਨਹੀਂ ਆ ਸਕਦੇ ਤੇ ਮੈਂ ਮੁझे ਕੋਈ ਆਪਸ਼ਨ ਹੈਗਾ ਕਿ ਮੈਂ ਉਹਨਾਂ ਨੂੰ ਬੁਲਾ ਸਕਾਂ ਕਿਉਂਕਿ ਮੇਰੇ ਬੱਚਿਆਂ ਦੇ ਅਪ੍ਰੈਲ 'ਚ ਵੀਜ਼ੇ ਪਰਮਿਟ ਖਤਮ ਹੋ ਰਹੇ ਹੈ। ਜੀ ਬਿਲਕੁਲ। ਟੀਵੀ ਸਕਰੀਨ ਤੇ ਆਂਸਰ ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਦੱਸੋ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਾਡਾ ਸਵਾਲ ਹੈ ਵੀ ਸਾਡੇ ਬੱਚੇ ਕੋਲ ਵਰਕ ਪਰਮਿਟ ਆ, ਕੰਮ ਕਰਦਾ ਉਹ ਇੱਥੇ ਤੇ ਇੰਡੀਆ ਤੋਂ IELTS ਵਾਲੀ ਲੜਕੀ ਨੂੰ ਮੰਗਾ ਸਕਦਾ ਉਹ? ਕਿਸ ਬੇਸ ਤੇ ਜੀ? ਵਿਆਹ ਲਈ ਵਰਕ ਉਹ ਕਾਹਦਾ ਵਰਕ ਪਰਮਿਟ ਹੈ ਜੀ ਉਹਨਾਂ ਕੋਲ? ਉਹਦੇ ਕੋਲ ਹੈਗਾ ਡਰਾਈਵਾਲ ਦਾ। ਓਕੇ, ਡਰਾਈਵਾਲ 'ਚ ਕੀ ਕਰਦੇ ਜੀ ਉਹ? ਡਰਾਈਵਾਲ ਦਾ ਕੰਮ ਹੀ ਕਰਦਾ ਉਹਨਾਂ ਦਾ। ਡਰਾਈਵਾਲ ਇੰਸਟਾਲਰ ਹੈ ਜੀ ਉਹ? ਹਾਂਜੀ, ਡਰਾਈਵਾਲ ਇੰਸਟਾਲਰ ਹੈ। ਹਾਂਜੀ 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 ਹਾਂਜੀ। ਸੋ ਜੇ B ਨੌਕ ਦੀ ਜੌਬ ਹੈਗੀ ਹੈ ਤਾਂ IELTS ਦਾ ਕੋਈ ਸੰਬੰਧ ਨਹੀਂ ਯੋਜਨਾ ਨਾਲ, ਜੇ ਕੋਈ ਵੀ ਉਹਦੀ ਵਾਈਫ ਹੋਵੇ ਬਿਲਕੁਲ ਬੁਲਾ ਸਕਦੇ ਜੀ। ਜੀ ਸ਼ੁਕਰੀਆ ਜੀ। ਜੀ ਹਾਂਜੀ ਜੀ ਹਾਂਜੀ ਹਾਂਜੀ ਮੰਗਾ ਸਕਦੇ ਨੇ। ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਮੈਂ ਬ੍ਰੈਂਟਨ ਤੋਂ ਬੋਲ ਰਹੀ ਹਾਂ ਤੇ ਮੇਰਾ ਇਹ ਸਵਾਲ ਆ ਵੀ ਜਦੋਂ ਆਪਾਂ ਸਟੱਡੀ ਕੰਪਲੀਟ ਹੁੰਦੀ ਆ ਆਪਣੀ ਤੇ ਆਪਾਂ ਵਰਕ ਪਰਮਿਟ ਅਪਲਾਈ ਕਰਦੇ ਆ ਤਾਂ ਆਪਾਂ ਕੰਮ ਕਰ ਸਕਦੇ ਆ ਤੇ ਜੇ ਕਰ ਸਕਦੇ ਆ ਤਾਂ ਪਾਰਟ ਟਾਈਮ ਜਾਂ ਫੁੱਲ ਟਾਈਮ ਮਤਲਬ ਅਪਲਾਈਡ ਵਰਕ ਪਰਮਿਟ ਸਟੇਟਸ ਤੇ? ਜੀ ਸਰ ਆਪਾਂ ਟੀਵੀ ਸਕਰੀਨ ਤੇ ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਪਹਿਲਾਂ ਅਮਨ ਦੀ ਜਿਨ੍ਹਾਂ ਦੀ ਕਾਲ ਆਈ ਸੀ ਚਾਈਨਾ ਤੋਂ, ਟਰੱਕ ਡਰਾਈਵਰ ਨੇ ਤੇ ਬੱਚਿਆਂ ਨੂੰ ਬੁਲਾਉਣਾ ਚਾਹੁੰਦੇ ਨੇ। ਜੀ ਬਿਲਕੁਲ। ਤਰਨ ਆਪਾਂ ਜਿਵੇਂ ਗੱਲ ਕਰ ਰਹੇ ਸੀ ਕਿ ਖੁਦ ਉਹਨਾਂ ਨੇ ਆਪੇ ਪਰਸੂ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹਨਾਂ ਨੂੰ ਕਾਨੂੰਨ ਦੀ ਜਾਣਕਾਰੀ ਨਹੀਂ ਹੈਗੀ, ਇਸੇ ਕਰਕੇ ਉਹ ਫੇਲ ਹੋਇਆ। ਅਦਰਵਾਈਜ਼ ਉਹ ਟਰੱਕ ਡਰਾਈਵਰ ਆਫ ਕੋਰਸ ਐਸੈਂਸ਼ੀਅਲ ਵਰਕਰ ਹੈਗੇ ਨੇ ਤੇ ਉਹਨਾਂ ਦੇ ਜਿਹੜੇ ਵਰਕਰਸ ਦੇ ਸਪਾਊਸਸ ਨੇ ਉਹ ਐਗਜ਼ੈਂਪਟ ਹੈਗੇ ਨੇ, ਉਹ ਟਰੈਵਲ ਰਿਸਟ੍ਰਿਕਸ਼ਨ ਦੇ ਥੱਲੇ ਨਹੀਂ ਆਉਂਦੇ। ਪਰ ਹੁਣ ਆਪਾਂ ਨੂੰ ਨਹੀਂ ਪਤਾ ਉਹਨਾਂ ਨੇ ਕੀ ਲਿਖਿਆ ਉਹਦੇ ਵਿੱਚ, ਕੀ ਦਰਜ ਕੀਤਾ ਹੈਗਾ। ਸੋ ਸਭ ਤੋਂ ਪਹਿਲਾਂ ਤਾਂ ਇਹ ਜਾਣਿਆ ਜਾਵੇ ਉਹਨਾਂ ਨੂੰ ਰਿਫਿਊਜ਼ ਕਿਉਂ ਕੀਤਾ ਗਿਆ ਤੇ ਉਸ ਤੋਂ ਬਾਅਦ ਸਹੀ ਕਾਰਨ ਦੱਸ ਕੇ ਤੇ ਦੁਬਾਰੇ ਅਰਜ਼ੀ ਕਰਨ ਦਿੱਤੀ ਜਾਵੇ ਤਾਂ ਜ਼ਰੂਰ ਆਉਣ ਦਿੱਤਾ ਜਾਊਗਾ ਜੀ ਉਹਨਾਂ ਨੂੰ, ਕਿਉਂਕਿ ਟਰੱਕ ਡਰਾਈਵਰਸ ਨੇ ਜਿਹੜੇ ਐਸੈਂਸ਼ੀਅਲ ਵਰਕਰਸ ਹੈਗੇ ਨੇ ਬਿਲਕੁਲ ਆਉਣ ਦੀ ਇਜਾਜ਼ਤ ਹੋਊਗੀ। ਪਰ ਆਪਾਂ ਨੂੰ ਨਹੀਂ ਪਤਾ ਉਹਨਾਂ ਨੇ ਕੀ ਕਰਿਆ। ਹਾਂਜੀ ਬਿਲਕੁਲ। ਨੈਕਸਟ ਬ੍ਰੈਂਪਟਨ ਤੋਂ ਜਿਨ੍ਹਾਂ ਦੀ ਕਾਲ ਆਈ ਸੀ ਪੁੱਛਣਾ ਚਾਹੁੰਦੇ ਨੇ ਵਰਕ ਪਰਮਿਟ ਤੇ ਜੇ ਉਹਨਾਂ ਨੇ ਅਪਲਾਈ ਕਰਨਾ ਹੋਵੇ ਤਾਂ ਫੁੱਲ ਟਾਈਮ ਜਾਂ ਪਾਰਟ ਟਾਈਮ ਸਟੱਡੀ ਕਰ ਸਕਦੇ ਨੇ। ਗੱਲ ਕਰਾਂਗੇ ਇੱਕ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਟੀਵੀ ਸਕਰੀਨ ਦੀ ਆਵਾਜ਼ ਪਲੀਜ਼ ਕੱਟ ਕਰ ਦਿਓ। ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਮੈਂ ਵਿਨੀਪੈਗ ਤੋਂ ਬੋਲ ਰਿਹਾ ਜੀ। ਮੇਰਾ ਸਵਾਲ ਹੈ ਸਪਾਊਸਲ ਵੀਜ਼ਾ ਨੂੰ ਲੈ ਕੇ। ਮੇਰੀ ਬੇਟੀ ਨੇ ਸਪਾਊਸਲ ਵੀਜ਼ਾ ਅਪਲਾਈ ਕੀਤਾ ਸੈਪਟੰਬਰ ਲਾਸਟ ਈਅਰ, ਪਰ ਹਾਲੇ ਤੱਕ ਕੋਈ ਨਾ ਫਾਈਲ ਨੰਬਰ ਨਾ ਕੁਛ ਹੈ। ਉਹਨੂੰ ਕਿਸ ਤਰ੍ਹਾਂ ਪਤਾ ਕੀਤਾ ਜਾ ਸਕਦਾ ਜਾਂ ਅਪਡੇਟ ਕਿੱਦਾਂ ਲਈ ਜਾ ਸਕਦੀ? ਤੁਹਾਡੀ ਡਾਟਰ ਕੈਨੇਡੀਅਨ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਹੈ ਜੀ? ਇਹ ਪਰਮਨੈਂਟ ਰੈਜ਼ੀਡੈਂਟ ਹੈ। ਹਾਂਜੀ ਜੀ ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਦਰਸ਼ਕਾਂ ਨੂੰ ਬੇਨਤੀ ਹੈ ਜਦੋਂ ਕਾਲ ਕਰਦੇ ਹੋ ਟੀਵੀ ਸਕਰੀਨ ਦੀ ਆਵਾਜ਼ ਜ਼ਰੂਰ ਘੱਟ ਕਰ ਦਿਆ ਕਰੋ। ਸਰ ਪਹਿਲਾਂ ਬ੍ਰੈਂਪਟਨ ਤੋਂ ਜਿਨ੍ਹਾਂ ਨੇ ਇਹ ਪੁੱਛਿਆ ਸੀ ਵਰਕ ਪਰਮਿਟ ਲਈ। ਜੀ ਬਿਲਕੁਲ। ਸੋ ਜਦੋਂ ਪੜ੍ਹਾਈ ਪੂਰੀ ਹੋ ਗਈ ਤੇ ਉਹਨਾਂ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਈ ਅਪਲਾਈ ਕਰਤਾ, ਉਸ ਤੋਂ ਬਾਅਦ ਹਾਂਜੀ ਉਹ ਬਿਲਕੁਲ ਫੁੱਲ ਟਾਈਮ ਕੰਮ ਕਰ ਸਕਦੇ ਨੇ ਤੇ ਉਹ ਅਪਲਾਈਡ ਸਟੇਟਸ ਨਹੀਂ ਹੈਗਾ, ਉਹ ਇੰਪਲਾਈਡ ਸਟੇਟਸ। ਇਟ ਸਟਾਰਟਸ ਵਿਦ IMPLIED। ਇੰਪਲਾਈਡ ਦਾ ਮਤਲਬ ਹੈਗਾ ਸਟੇਟਸ ਕੋ। ਸਟੇਟਸ ਕੋ ਦਾ ਮਤਲਬ ਹੈਗਾ ਜੋ ਹਾਲ ਅੱਜ ਹੈ ਉਹੀ ਉਦੋਂ ਤੱਕ ਰਹੂ ਜਦੋਂ ਤੱਕ ਫੈਸਲਾ ਨਹੀਂ ਹੋ ਜਾਂਦਾ। ਸੋ ਫੁੱਲ ਟਾਈਮ ਕੰਮ ਹੈ ਜਿਹੜਾ ਉਹ ਕਰ ਸਕਦੇ ਨੇ, ਪਰ ਉਹ ਕੰਮ ਜਿਹੜਾ ਉਸ ਸਮੇਂ ਦੌਰਾਨ ਕੀਤਾ ਉਹ ਐਕਸਪੀਰੀਅੰਸ ਚ ਕਾਊਂਟ ਨਹੀਂ ਹੋਣਾ। ਸੋ ਐਕਸਪੀਰੀਅੰਸ ਜਿਹੜਾ ਕੰਮ ਕਾਊਂਟ ਹੋਣਾ ਉਦੋਂ ਤੋਂ ਹੀ ਹੋਣਾ ਜਿੱਦੇ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ
ਮਿਲ ਗਿਆ। ਇਹ ਵਰਕ ਫੁੱਲ ਟਾਈਮ ਕਰ ਸਕਦੇ ਆ? ਹਾਂਜੀ, ਫੁੱਲ ਟਾਈਮ ਕੰਮ ਕਰ ਸਕਦੇ ਜੀ, ਜੇ ਐਪਲੀਕੇਸ਼ਨ ਕਰ ਚੁੱਕੇ ਆ ਤਾਂ। ਐਪਲੀਕੇਸ਼ਨ ਕਰਨ ਤੋਂ ਪਹਿਲਾਂ ਨਹੀਂ, ਐਪਲੀਕੇਸ਼ਨ ਕਰ ਚੁੱਕਣ ਬਾਅਦ। ਬਿਲਕੁਲ ਜੀ। ਉਸ ਤੋਂ ਬਾਅਦ ਵਿਨੀਪੈਗ ਤੋਂ ਜਿਨ੍ਹਾਂ ਦੀ ਕਾਲ ਆਈ ਸੀ, ਬੇਟੀ ਨੇ ਸਪਾਊਸਲ ਵੀਜ਼ੇ ਲਈ ਅਪਲਾਈ ਕੀਤਾ ਹੋਇਆ। ਬਿਲਕੁਲ ਜੀ। ਸੋ ਤਰਨ ਸਰਕਾਰ ਨੇ ਤੇ ਐਕਸਟਰਾ ਜਿਹੜੇ ਐਫਰਟਸ ਕਰਨੇ ਸ਼ੁਰੂ ਕੀਤੇ ਨੇ, ਪਰ ਕਿਉਂਕਿ ਜਿਹੜਾ ਇਹ ਫਾਈਲਸ ਗਈਆਂ ਨੇ ਤਾਂ ਉਹਨੂੰ ਟੈਂਪਰੇਰੀ ਫਾਈਲ ਨੰਬਰ ਵੀ ਇਸ਼ੂ ਹੋਏ ਨੇ। ਸੋ ਜੇ ਹਾਲੇ ਤੱਕ ਉਹਨੂੰ ਟੈਂਪਰੇਰੀ ਫਾਈਲ ਨੰਬਰ ਵੀ ਇਸ਼ੂ ਨਹੀਂ ਹੋਇਆ ਜਿਹੜਾ ਐਕਸ ਨਾਲ ਸ਼ੁਰੂ ਹੋਣਾ ਜੀ, ਤਾਂ ਮੈਂ ਉਹਨੂੰ ਰਿਕੁਐਸਟ ਕਰੂੰਗਾ ਸਾਡੇ ਆਫਿਸ ਨੂੰ ਜ਼ਰੂਰ ਕੰਟੈਕਟ ਕਰਨ, ਤਾਂ ਕਿ ਸੈਪਟੈਂਬਰ ਤੋਂ ਤਾਂ ਬਹੁਤ ਜ਼ਿਆਦਾ ਸਮਾਂ ਹੋ ਗਿਆ ਜੀ, ਉਹਦੇ ਕੋਈ ਨਾ ਕੋਈ ਅੱਗੇ ਜਿਹੜੀ ਚਾਰਾਜੋਈ ਹੈ ਉਹ ਪਰਸੂ ਕਰਨ ਦੀ ਗੱਲ ਹੈ ਉਹ ਕੀਤੀ ਜਾ ਸਕੇ। ਬਿਲਕੁਲ ਜੀ। ਲਾਸਟ ਹੁਣ ਅਸੀਂ ਕਾਲਸ ਅੱਗੇ ਲੈ ਰਹੇ ਹਾਂ ਤੇ ਇਸ ਤੋਂ ਬਾਅਦ ਸਾਡੀਆਂ ਕਾਲਸ ਬੰਦ ਨੇ। ਸੋ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਫਿਰ ਅਸੀਂ ਜਾਣਾਂਗੇ ਮੋਰਲ ਕੀ ਨਿਕਲਦਾ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਪਾਂ ਕੁਐਸਚਨ ਪੁੱਛਣਾ ਸੀ ਕਿ ਮੇਰਾ ਪਾਸਪੋਰਟ ਨੈਕਸਟ ਈਅਰ 2022 ਚ ਜਨਵਰੀ ਚ ਖਤਮ ਹੋ ਰਿਹਾ ਤੇ ਮੈਂ ਪੀਸੀਸੀ ਕਰਵਾਉਣੀ ਸੀਗੀ ਇੰਡੀਆ ਤੋਂ, ਤੇ ਫਿਰ ਮੈਂ ਆਪਦਾ ਪਾਸਪੋਰਟ ਤੇ ਪੀਸੀਸੀ ਦੋਨੋਂ ਇਕੱਠੇ ਕਰ ਸਕਦੀ? ਮੈਨੂੰ ਸਵਾਲ ਨਹੀਂ ਸਮਝ ਸਰ ਕਹਿੰਦੇ ਕਿ ਉਹਨਾਂ ਨੇ ਨੈਕਸਟ ਈਅਰ ਉਹਨਾਂ ਦਾ ਜਨਵਰੀ 22 ਨੂੰ ਪਾਸਪੋਰਟ ਐਕਸਪਾਇਰ ਹੋ ਰਿਹਾ, ਉਹਨਾਂ ਨੇ ਇੰਡੀਅਨ ਪਾਸਪੋਰਟ ਹੈ ਜੀ, ਇੰਡੀਅਨ ਪਾਸਪੋਰਟ। ਹਾਂਜੀ, ਤੁਸੀਂ ਇੰਡੀਅਨ ਕਾਉਂਸੂਲੇਟ ਨਾਲ ਸੰਪਰਕ ਕਰੋ ਜੀ, ਉਹ ਤੁਹਾਨੂੰ ਦੱਸਣਗੇ ਤੁਸੀਂ ਕਿੰਨਾ ਚਿਰ ਪਹਿਲਾਂ ਉਹਨੂੰ ਰੀਨਿਊ ਕਰਾ ਸਕਦੇ ਆ ਜੀ। ਸ਼ੁਕਰੀਆ ਜੀ ਕਾਲ ਕਰਨ ਲਈ ਤੁਹਾਡਾ। ਨੈਕਸਟ ਕਾਲਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਮ, ਅਸੀਂ ਪਹਿਲਾਂ ਵੀ ਤੁਹਾਨੂੰ ਕਾਲ ਕੀਤੀ ਸੀਗੀ ਜੀ, ਅਸੀਂ ਨਾ ਪੁੱਛਣਾ ਸੀ ਇੰਡੀਆ ਤੋਂ ਬੇਟੀ ਨੇ ਆਉਣਾ ਪੀਆਰ ਵਾਸਤੇ, ਉਹਨੇ ਫਾਈਲ ਲਾਈ ਹੈ। ਉਹ ਪਹਿਲਾਂ ਜਿਵੇਂ ਉਹਦੇ 478 ਨੰਬਰ ਹੈ ਜੀ ਉਹਨਾਂ ਨੇ ਪੀਆਰ ਵਾਸਤੇ, ਔਲਾਦ ਦਾ ਤੇ BA ਕੀਤੀ ਹੈ ਉਹਨਾਂ ਦੀ। ਪਹਿਲਾਂ ਉਹਨਾਂ ਦੀ ਫਾਈਲ ਲੱਗ ਗਈ ਸੀ, ਫੀਸ ਸਾਰੀ ਭਰੀ ਗਈ, ਫੀਸ ਵੀ ਭਰੀ ਗਈ ਸੀ। ਉਹਨਾਂ ਨੂੰ ਜਿਹੜੀ ਵੈਸ ਵਾਲਿਆਂ ਦੀ ਉਹਨਾਂ ਦੀ ਕੁਛ ਉਹਦੀ ਡਿਗਰੀ 'ਚ ਥੋੜੀ ਪ੍ਰੋਬਲਮ ਆ ਗਈ ਸੀ ਤੇ ਦੁਬਾਰਾ ਉਹਨਾਂ ਨੇ ਉਹ ਈਮੇਲ ਪਾਤੀ, ਉਹ ਦੁਬਾਰਾ ਡਿਗਰੀ ਕਲੀਅਰ ਕਰ ਲਈ ਹੈ, ਉਹਨਾਂ ਨੇ ਸੈੱਟ ਕਰਕੇ ਪਾਤੀ ਹੈ ਦੁਬਾਰਾ ਉਹਨਾਂ ਨੇ ਵੈਸ ਵਾਲਿਆਂ ਨੇ, ਤੇ ਹੁਣ ਉਹ ਦੁਬਾਰਾ ਸ਼ੁਰੂ ਤੋਂ ਫੇਰ ਉਹਦੀ ਫਾਈਲ ਲੱਗੀ ਹੈ ਜੀ। ਉਹ ਫੀਸ ਵੀ ਉਹਨਾਂ ਕੋਲੇ ਭਰੀ ਹੈ ਜੀ, ਉਹਦਾ ਹੁਣ ਉਹਨਾਂ ਨੇ ਹਜੇ ਕੱਢਿਆ ਨਹੀਂ। ਤੁਸੀਂ ਪੁੱਛਣਾ ਚਾਹੁੰਦੇ ਹੋ ਵੀ ਸਰ ਡਰਾ ਕਦੋਂ ਐਕਸਪ੍ਰੈਸ ਐਂਟਰੀ ਦਾ ਨਿਕਲਣਾ ਨੈਕਸਟ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਹਾਂਜੀ, ਇਹ ਤਾਂ ਇਮੀਗ੍ਰੇਸ਼ਨ ਮਹਿਕਮੇ ਦੀ ਮਰਜ਼ੀ ਹੋਊਗੀ ਜੋ ਕਦੋਂ ਕੱਢਣਾ, ਪਰ ਮੈਂ ਇਹਦੇ ਤੇ ਸਵਾਲ ਜ਼ਰੂਰ ਇਮੀਗ੍ਰੇਸ਼ਨ ਮਹਿਕਮੇ ਨੂੰ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਥੱਲੇ ਪੁੱਛੂੰਗਾ ਵੀ ਇਹ ਰੈਸ਼ਨਲ ਦੱਸਿਆ ਜਾਵੇ ਡਰਾ ਕਦੋਂ ਤੇ ਕਿਹੜੇ ਤਰੀਕੇ ਨਾਲ ਕੱਢੇ ਜਾਂਦੇ ਨੇ ਜੀ। ਬਿਲਕੁਲ। ਨੈਕਸਟ ਕਾਲਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਮੈਂ ਐਪਸਪੋਰਟ ਤੋਂ ਬੋਲ ਰਿਹਾ ਜੀ। ਸਰ ਕੀ ਸਵਾਲ ਹੈ? ਮੈਂ ਤੇ ਬੇਟੇ ਬਾਰੇ ਪੁੱਛਣਾ ਜੀ। ਬੇਟਾ ਮੇਰਾ ਇੱਥੇ ਸਿਟੀਜ਼ਨ ਹੈ, 21 ਸਾਲ ਦੀ ਉਮਰ ਆ ਉਹਦੀ ਜੀ, ਤੇ ਉਹਦੇ ਡਿਸੇਬਿਲਿਟੀ ਦੇ ਸ਼ੁਰੂ ਤੋਂ ਹੀ ਉਹਦੀ ਮੈਰਿਜ ਬਾਰੇ ਪੁੱਛਣਾ ਸੀ, ਜੋ ਵੀ ਮੈਰਿਜ ਕਰਵਾ ਸਕਦਾ ਵੀ, ਜਿਵੇਂ ਆਪਦੀ ਵਾਈਫ ਨੂੰ ਉੱਥੋਂ ਇੰਡੀਆ ਤੋਂ ਬੁਲਾ ਸਕਦਾ ਬਾਅਦ, ਜਾਂ ਉਹਦੇ ਪੇਰੈਂਟਸ ਨੂੰ ਵੀ ਸਾਨੂੰ ਕਰਨੀ ਚਾਹੀਦੀ ਕਿ ਨਹੀਂ? ਜੀ ਜ਼ਰੂਰ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਜੀ ਬਹੁਤ ਬਹੁਤ। ਤੇ ਇਹ ਸਰ ਲਾਸਟ ਕਾਲ ਸੀ ਤੇ ਇਸ ਤੋਂ ਬਾਅਦ ਕਾਲਸ ਨਹੀਂ ਲੈ ਰਹੇ, ਇਹਨਾਂ ਦਾ ਆਨਸਰ ਦੇਈਏ ਆਪਾਂ। ਕਰਨ ਇਹ ਜਿਹੇ ਮਾਮਲਿਆਂ 'ਚ ਮੇਰੇ ਬਹੁਤ ਐਕਸਪੀਰੀਅੰਸ ਹੈਗਾ। ਇਹ ਕਾਫੀ ਕੰਪਲਿਕੇਟਿਡ ਇਸ਼ੂ ਹੈਗਾ, ਇਹਨੂੰ ਆਪਾਂ ਨੂੰ ਮਲਟੀਫੈਸੇਟਡ ਅਪਰੋਚ ਨਾਲ ਚੱਲਣਾ ਪੈਣਾ ਜੀ। ਉਹਨਾਂ ਨੇ ਆਖਿਆ ਕਿ ਉਹ ਇੰਡੀਆ ਵਿਆਹ ਕਰਨਾ ਚਾਹੁੰਦੇ ਆ। ਸਭ ਤੋਂ ਪਹਿਲਾਂ ਤਾਂ ਜਿਹੜਾ ਇੰਡੀਆ 'ਚ ਵਿਆਹ ਹੋਣਾ ਉਹ ਹਿੰਦੂ ਮੈਰਿਜ ਐਕਟ ਦੇ ਥੱਲੇ ਹੋਣਾ, ਤੇ ਦੂਜਾ ਜਦੋਂ ਉਹਨਾਂ ਨੇ ਇਮੀਗ੍ਰੇਸ਼ਨ ਅਪਲਾਈ ਕਰਨੀ ਹੈ ਤਾਂ ਜਿਹੜਾ ਉਹ ਇੱਥੇ ਇਮੀਗ੍ਰੇਸ਼ਨ ਰੈਫਿਊਜੀ ਪ੍ਰੋਟੈਕਸ਼ਨ ਐਕਟ ਹੈ, ਰੈਗੂਲੇਸ਼ਨ 4 ਹੈ, ਉਹਦੇ ਥੱਲੇ ਉਹਨਾਂ ਦਾ ਕੇਸ ਡਿਸਾਈਡ ਹੋਣਾ। ਸੋ ਜਿਹੜਾ ਇਮੀਗ੍ਰੇਸ਼ਨ ਕਾਨੂੰਨ ਹੈ ਉਹ ਕਹਿੰਦਾ ਹੈ ਕਿ ਜਿਹੜੀ ਇਹ ਵਿਆਹ ਹੈਗਾ, ਇਹ ਵਿਆਹ ਜਿਹੜੇ ਮੁਲਕ 'ਚ ਹੋਇਆ ਉੱਥੇ ਵੀ ਵੈਲਿਡ ਹੋਣਾ ਚਾਹੀਦਾ ਤੇ ਇਹ ਕੈਨੇਡਾ ਦੇ ਵਿੱਚ ਵੀ ਵੈਲਿਡ ਹੋਣਾ ਚਾਹੀਦਾ ਹੈਗਾ। ਹੁਣ ਜਿਹੜਾ ਕਾਨੂੰਨ ਹੈਗਾ ਇੰਡੀਆ ਦਾ ਉਹ ਕਹਿੰਦਾ ਹੈਗਾ ਕਿ ਜਿਹੜੇ ਇੰਡੀਵਿਜੂਅਲ ਨੇ ਉਹ ਕੰਸੈਂਟ ਦੀ ਕੈਪੈਸਿਟੀ ਹੋਣੀ ਚਾਹੀਦੀ ਹੈ, ਮਤਲਬ ਕਿ ਉਹ ਇਹੋ ਜਿਹੀ ਮੈਂਟਲ ਕੈਪੈਸਿਟੀ 'ਚ ਹੋਣ ਜਿੱਥੇ ਉਹ ਕੰਸੈਂਟ ਹੈ ਜਿਹੜਾ ਵਿਆਹ ਲਈ ਉਹ ਕਰ ਸਕਦੇ ਹੋਣ, ਆਪਣੀ ਮਰਜ਼ੀ ਦਿਖਾ ਸਕਦੇ ਹੋਣ। ਦੂਜੇ ਪਾਸੇ ਕੈਨੇਡਾ ਦਾ ਕਾਨੂੰਨ ਇਹ ਕਹਿੰਦਾ ਹੈ ਕਿ ਕਿਸੇ ਦੇ ਵਿਆਹ ਨੂੰ ਵਿਆਹ ਨਾ ਮੰਨਿਆ ਜਾਵੇ ਜੇ ਉਹਦੇ ਕੋਲ ਮੈਂਟਲ ਐਬਿਲਿਟੀ ਨਹੀਂ ਹੈਗੀ ਟੂ ਕੰਸੈਂਟ ਟੂ ਦੈਟ ਮੈਰਿਜ। ਸੋ ਜਿਹੜਾ ਕੰਸੈਂਟ ਹੈ ਉਹ ਹੋਣਾ ਜ਼ਰੂਰੀ ਹੈਗਾ। ਉਹ ਚਾਹੇ ਤੁਸੀਂ ਇਨਫਲੂਐਂਸ ਆਫ ਡਰੱਗ ਹੈ, ਚਾਹੇ ਲਿਕਰ ਹੈ, ਉਹਦੇ ਕਰਕੇ ਵੀ ਕੈਪੈਸਿਟੀ ਨਹੀਂ ਤਾਂ ਵੀ ਨਹੀਂ ਮੰਨਿਆ ਜਾਊਗਾ, ਮਤਲਬ ਕਿ ਸ਼ਰਾਬ ਪੀ ਕੇ ਕਿਸੇ ਨੂੰ ਕਹਿਤਾ ਤੇ ਹਾਂ ਉਹ ਵੀ ਨਹੀਂ। ਤੇ ਦੂਜਾ ਜੇ ਉਹ ਮੈਂਟਲ ਕੈਪੈਸਿਟੀ ਨਹੀਂ ਹੈਗਾ ਤਾਂ ਵੀ ਉਹ ਵੈਲਿਡ ਨਹੀਂ ਮੰਨਿਆ ਜਾਊਗਾ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਉਹ ਡਿਸੇਬਿਲਿਟੀ ਹੈ ਜਿਹੜਾ ਉਹ ਕਿਸ ਫਾਰਮ ਦਾ
ਡਿਸੇਬਿਲਿਟੀ ਹੈਗਾ। ਜੇ ਤਾਂ ਉਹ ਕੋਈ ਫਿਜ਼ੀਕਲ ਡਿਸੇਬਿਲਿਟੀ ਹੈ ਜਿਹੜਾ ਉਹਦੇ ਕੰਸੈਂਟ 'ਚ ਉਹਨੂੰ ਰੈਂਡਰ ਨਹੀਂ ਕਰਦਾ, ਇਨਕੈਪੈਸਿਟੇਟਡ ਹੈ ਕਿ ਉਹ ਪਤਾ ਕੰਸੈਂਟ ਨਹੀਂ ਦੇ ਸਕਦਾ, ਫਿਰ ਤਾਂ ਕੋਈ ਇਸ਼ੂ ਨਹੀਂ। ਪਰ ਜੋ ਮੈਂਟਲ ਕਪੈਸਿਟੀ ਲੈਕ ਕਰਦਾ ਹੈ, ਲੋ IQ ਹੈ ਜਾਂ ਹੋਰ ਕੋਈ ਕਿੰਨੇ ਕਿਸਮ ਦੇ ਮੈਡੀਕਲ ਕੰਡੀਸ਼ਨ ਹੋ ਸਕਦੀਆਂ ਨੇ, ਜੇ ਉਹਨਾਂ ਦੇ ਵਿੱਚੋਂ ਹੈ ਤੇ ਫਿਰ ਉਹਨੂੰ ਵੈਲਿਡ ਨਹੀਂ ਮੰਨਿਆ ਜਾਏਗਾ। ਸੋ ਸਭ ਤੋਂ ਪਹਿਲਾਂ ਜਿਹੜਾ ਫਸਟ ਸਟੈਪ ਹੈ, ਜਿਵੇਂ ਉਹਨਾਂ ਨੇ ਬਿਲਕੁਲ ਸਹੀ ਅਪਰੋਚ ਇਹਨੂੰ ਲਿਖਿਆ ਕਿ ਉਹ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ, ਸਭ ਤੋਂ ਪਹਿਲਾਂ ਇਹ ਟੈਸਟ ਕਰਨਾ ਜ਼ਰੂਰੀ ਹੈਗਾ। ਸੋ ਇਹ ਹੁਣ ਆਪਾਂ ਨੇ ਕੋਈ ਜਾਣਕਾਰੀ ਨਹੀਂ ਕਿ ਉਹਨਾਂ ਨੂੰ ਡਿਸੇਬਿਲਿਟੀ ਕਿਸ ਫਾਰਮ 'ਚ ਹੈਗਾ। ਸੋ ਇਹਨਾਂ ਕਾਲਰ ਨੂੰ ਮੈਂ ਕਹੂੰਗਾ ਸਾਡੇ ਆਫਿਸ ਨੂੰ ਕੰਟੈਕਟ ਕਰਨ, ਉਹ ਮੇਰੇ ਨਾਲ ਜਿਹੜੀ ਅਪਾਇੰਟਮੈਂਟ ਹੈ ਜਿਹੜੀ ਉਹ ਬਣਾ ਦੇਣਗੇ ਜੀ। ਉਹ ਤੋਂ ਬਾਅਦ ਉਹਨੂੰ ਡਿਟੇਲ 'ਚ ਡਿਸਕਸ ਕਰਨਾ, ਕਿਉਂਕਿ ਮੈਂ ਵੀ TV ਦੇ ਉੱਤੇ ਉਹਨਾਂ ਦੀ ਪਰਸਨਲ ਇਨਫੋਰਮੇਸ਼ਨ ਹੈ ਜਿਹੜੀ ਉਹ ਨਹੀਂ ਸਾਂਝੇ ਕਰਨਾ ਚਾਹੁੰਦਾ ਹੈਗਾ। ਉਹਨਾਂ ਡਿਸੇਬਿਲਿਟੀ ਵਰਡ ਯੂਜ਼ ਕਰਿਆ, ਸੋ ਆਪਾਂ ਨੂੰ ਇਹਨੂੰ ਪਹਿਲਾਂ ਐਲੈਬੋਰੇਟ ਕਰਨਾ ਪਊਗਾ ਡਿਸੇਬਿਲਿਟੀ ਕਿਸ ਫਾਰਮ 'ਚ ਹੈਗੀ ਹੈ। ਉਸ ਤੋਂ ਬਾਅਦ ਜੇ ਉਹ ਡਿਸੇਬਿਲਿਟੀ ਕੰਸੈਂਟ ਦੇ ਮਾਮਲੇ ਨੂੰ ਲੈ ਕੇ ਆ ਤਾਂ ਫਿਰ ਪਹਿਲਾਂ ਸਾਈਕੀਆਟ੍ਰਿਸਟ ਜਾਂ ਸਾਈਕੋਲੋਜਿਸਟ ਤੋਂ ਉਹਦਾ ਇੱਕ ਰਿਵਿਊ ਹੋਣਾ ਜ਼ਰੂਰੀ ਹੈ, ਜਿੱਥੇ ਕਿ ਸਾਈਕੀਆਟ੍ਰਿਸਟ ਜਾਂ ਸਾਈਕੋਲੋਜਿਸਟ ਇਹ ਗੱਲ ਨੂੰ, ਕਲੀਨਿਕਲ ਸਾਈਕੋਲੋਜਿਸਟ ਇਸ ਗੱਲ ਨੂੰ ਜਿਹੜਾ ਰੀਇਟਰੇਟ ਕਰ ਸਕੇ, ਇਸ ਗੱਲ ਦੇ ਉੱਤੇ ਮੋਹਰ ਲਾ ਸਕੇ ਕਿ ਹਾਂ ਇਹ ਇੰਡੀਵਿਜੂਅਲ ਹੈ ਜਿਹੜਾ ਇਹ ਕੰਸੈਂਟ ਕਰ ਸਕਦਾ ਹੈ। ਇਹਨੂੰ ਦ ਇੰਸਟੀਟਿਊਸ਼ਨ ਆਫ ਮੈਰਿਜ ਹੈ ਉਹਦੀ ਸਮਝ ਹੈਗੀ ਹੈ, ਵਿਆਹ ਕੀ ਹੈ, ਵਿਆਹ ਕਿਉਂ ਕਰਾਇਆ ਜਾਂਦਾ ਹੈ, ਵਿਆਹ ਕਰਾਉਣ ਦੀਆਂ ਕੀ ਕੌਨਸੀਕੁਐਂਸਿਸ ਨੇ, ਕੀ ਆਬਲੀਗੇਸ਼ਨਸ ਨੇ, ਕੀ ਰਿਸਪੌਂਸਿਬਿਲਿਟੀਜ਼ ਨੇ, ਤੇ ਵਿਆਹ ਦਾ ਮਤਲਬ ਕੀ ਹੈਗਾ। ਸੋ ਜੇ ਸਾਰੀਆਂ ਚੀਜ਼ਾਂ ਦੀ ਸਮਝ ਆਉਂਦੀ ਹੈ ਤੇ ਉਹ ਕਾਗਜ਼ ਦੇ ਉੱਤੇ ਆਪਾਂ ਨੂੰ ਮਿਲ ਜਾਂਦਾ ਹੈ ਤੇ ਫਿਰ ਕੋਈ ਰੋਕ ਨਹੀਂ ਹੈਗੀ ਹੈ। ਇਹਦੇ ਉੱਤੇ ਕਾਫੀ ਇਹ ਜਿਹੇ ਕੇਸਿਸ ਦੇ ਲੈਂਡਮਾਰਕ ਡਿਸੀਜਨਸ ਨੇ ਜਿਹੜੇ ਮੈਂ ਅਪੀਲ ਦੇ ਵਿੱਚੋਂ ਜਿੱਤੇ ਨੇ। ਪਰ ਇਹ ਸਾਰਾ ਕੁਝ ਤਾਂ ਹੀ ਪੋਸੀਬਲ ਹੋ ਸਕਦਾ ਹੈ ਜੇ ਆਪਾਂ ਇਹਨੂੰ ਪਹਿਲੋਂ ਤੋਂ ਲੈ ਕੇ ਚੱਲਦੇ ਆ, ਵਿਆਹ ਕਰਨ ਤੋਂ ਬਾਅਦ ਕੁਝ ਕਰਦੇ ਆ, ਉਹ ਫਿਰ ਹੱਲ ਨਹੀਂ ਹੋ ਸਕਦਾ। ਇਸੇ ਤੋਂ ਮੈਨੂੰ ਯਾਦ ਆਇਆ, ਇੱਕ ਕੱਲ ਅਸੀਂ ਵੀ ਨਿਊਜ਼ ਡਿਸਕਸ ਕੀਤੀ ਸੀ ਕਿ ਇੱਕ ਬੱਚਾ ਜਿਹੜਾ ਇੱਥੋਂ 8 ਮਹੀਨੇ ਦਾ ਕੈਨੇਡੀਅਨ ਸਿਟੀਜ਼ਨ, ਪੇਰੈਂਟਸ ਉਹਨਾਂ ਦਾ ਡਾਈਵੋਰਸ ਹੋ ਜਾਂਦਾ ਤੇ ਆਪਣੇ ਦਾਦਾ ਦਾਦੀ ਨੂੰ ਇੰਡੀਆ ਭੇਜ ਦਿੰਦੇ ਨੇ। ਉੱਥੇ ਦਾਦਾ ਦਾਦੀ ਉਹਦਾ ਪਾਲਣ ਪੋਸ਼ਣ ਕਰਦੇ ਨੇ ਤੇ ਹੁਣ 17 ਸਾਲ ਦਾ ਉਹ ਬੱਚਾ ਹੋ ਚੁੱਕਿਆ, ਪਰ ਮੈਂਟਲੀ ਉਹ ਸਹੀ ਨਹੀਂ ਹੈਗਾ ਬੱਚਾ। ਕੀ ਉਹ ਹੁਣ ਦਾਦਾ ਦਾਦੀ ਚਾਹੁੰਦੇ ਨੇ ਕਿ ਉਹ ਬੱਚੇ ਨੂੰ ਵਾਪਸ ਕੈਨੇਡਾ ਭੇਜ ਦਿੱਤਾ ਜਾਵੇ? ਕੀ ਸਰਕਾਰ ਕਿਸੇ ਤਰੀਕੇ ਨਾਲ ਇੱਥੇ ਬੁਲਾ ਸਕਦੀ? ਨਾ ਫਾਦਰ ਦਾ ਕੋਈ ਕੰਟੈਕਟ ਹੋ ਪਾ ਰਿਹਾ, ਮਦਰ ਵੀ ਰਿਸਪੌਂਸਿਬਿਲਿਟੀ ਨਹੀਂ ਲੈ ਸਕਦੀ। ਬਿਲਕੁਲ ਤਰਨ, ਕਿਉਂਕਿ ਉਹ ਚਾਈਲਡ ਹੈ, ਤੁਸੀਂ ਦੱਸਿਆ ਉਹ ਕੈਨੇਡੀਅਨ ਸਿਟੀਜ਼ਨ ਹੈਗਾ। ਸੋ ਕੈਨੇਡੀਅਨ ਸਿਟੀਜ਼ਨਸ ਕੋਲੇ ਰਾਈਟ ਟੂ ਰਿਟਰਨ ਟੂ ਕੈਨੇਡਾ ਹੈਗਾ। ਇਹ ਸਿਰਫ ਕੈਨੇਡੀਅਨ ਸਿਟੀਜ਼ਨਸ ਕੋਲੇ ਰਾਈਟ ਹੈ, ਰਾਈਟ ਟੂ ਰਿਟਰਨ ਟੂ ਕੈਨੇਡਾ। ਸੋ ਜਿਹੜੇ ਉਹਦੇ ਦਾਦਾ ਦਾਦੀ ਨੇ ਉਹਨਾਂ ਨੂੰ ਕੈਨੇਡੀਅਨ ਕਾਉਂਸਲੇਟ ਹੈਗਾ ਜਿਹੜਾ ਇੰਡੀਆ ਦੇ ਵਿੱਚੋਂ, ਉਹਦੇ ਨਾਲ ਸੰਪਰਕ ਹੈ ਜਿਹੜਾ ਕਰਨਾ ਚਾਹੀਦਾ ਤੇ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਅਸੀਂ ਅਨਏਬਲ ਹੈਗੇ ਆ ਇਹਦੀ ਟੇਕ ਕੇਅਰ ਕਰਨ ਨੂੰ, ਤੇ ਉਹ ਕੈਨੇਡੀਅਨ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਹੈਗਾ। ਸੋ ਆਪਣੇ ਜਿੰਨੀਆਂ ਪ੍ਰੋਵਿੰਸ਼ੀਅਲ ਜਿਹੜੇ ਆਰਗੇਨਾਈਜੇਸ਼ਨ, ਸੋ ਮੈਨੂੰ ਜਾਣਕਾਰੀ ਨਹੀਂ ਵੀ ਉਹ ਕਿਹੜੀ ਪ੍ਰੋਵਿੰਸ ਤੋਂ ਹੈਗਾ। ਸੋ ਜਿਹੜੀ ਉਹ ਪ੍ਰੋਵਿੰਸ ਦੀ ਮਿਨਿਸਟਰ ਆਫ ਚਾਈਲਡ ਵੈਲਫੇਅਰ ਹੈ ਉਹ ਉਹਦੇ ਲਈ ਰਿਸਪੌਂਸਿਬਲ ਹੋਊਗੀ। ਤੇ ਦੂਜੀ, ਉਸ ਤੋਂ ਬਾਅਦ ਜੇ ਉਹਦਾ ਪਾਸਪੋਰਟ ਵੈਲਿਡ ਨਹੀਂ ਹੈਗਾ, ਕੈਨੇਡੀਅਨ ਗਵਰਨਮੈਂਟ ਨੇ ਉਹਨੂੰ ਟਰੈਵਲ ਡਾਕੂਮੈਂਟ ਬਣਾ ਕੇ ਦੇਣਾ ਤੇ ਕੋਈ ਵਾਪਸ ਆਵੇ ਤੇ ਇੱਥੇ ਮਿਨਿਸਟਰੀ ਆਫ ਚਾਈਲਡ ਵੈਲਫੇਅਰ ਜਿਹੜਾ ਹੋਊਗਾ ਉਹ ਉਹਦੀ ਅੱਗੇ ਜ਼ਿੰਮੇਵਾਰੀ ਚੱਕੂਗਾ। ਤੇ ਇਸ ਤੋਂ ਬਾਅਦ ਹਾਲੇ ਆਪਾਂ ਨੂੰ ਇਹ ਵੀ ਗੱਲ ਦਾ ਅੰਦਾਜ਼ਾ ਨਹੀਂ ਕਿ ਉਹਦੀ ਡਿਸੇਬਿਲਿਟੀ ਕਿਸ ਫਾਰਮ ਦੇ ਵਿੱਚੋਂ ਹੈਗੀ ਹੈ। ਸੋ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤੁਸੀਂ ਮੇਰੇ ਨਾਲ ਫਿਰ ਲੇਟਰ ਔਨ ਸਾਂਝੀ ਕਰ ਸਕਦੇ ਹੋ ਤੇ ਫਿਰ ਉਹਦੇ ਦਾਦਾ ਦਾਦੀ ਨੂੰ ਕੰਟੈਕਟ ਕਰਕੇ ਉਹਨਾਂ ਨੂੰ ਸਲਾਹ ਮਸ਼ਵਰਾ ਦਿੱਤਾ ਜਾ ਸਕਦਾ ਹੈ। ਜੀ ਬਿਲਕੁਲ ਸਰ, ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਅਖੀਰ 'ਚ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਜਿਵੇਂ ਆਪਾਂ ਅੱਜ ਦੇ ਟੌਪਿਕ ਤੇ ਹੀ ਗੱਲ ਕਰੀਏ ਕਿ ਜਿਹੜੀ ਮਿਸ ਰੈਪਰੈਜ਼ੈਂਟੇਸ਼ਨ ਹੈਗੀ ਹੈ ਤਰਨ, ਇਹ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੂੰ ਹਾਲੇ ਤੱਕ ਇਹ ਜਾਣਕਾਰੀ ਵੀ ਨਹੀਂ ਸੀਗੀ ਕਿ ਉਹ ਮਿਸ ਰੈਪਰੈਜ਼ੈਂਟੇਸ਼ਨ ਦੇ ਦਾਇਰੇ ਦੇ ਵਿੱਚ ਆ ਜਾਣਗੇ ਜੇ ਉਹਨਾਂ ਦਾ ਸਪਾਊਸ ਨੂੰ ਬੈਨ ਹੈ ਜਿਹੜਾ ਉਹ ਲੱਗਿਆ ਹੋਇਆ ਹੈਗਾ। ਸੋ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਦੇ ਵਿੱਚ ਹੀ ਤੁਸੀਂ ਇਹੋ ਜਿਹੇ ਇੰਡੀਵਿਜੂਅਲ ਦੀਆਂ ਸਰਵਿਸਿਜ਼ ਨਾ ਲਓ ਜੀ ਜਿਹੜਾ ਲਾਇਸੈਂਸ ਨਹੀਂ ਹੈਗਾ। ਤੇ ਲਾਇਸੈਂਸ ਬਾਰੇ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਉਹ ਸੈਕਸ਼ਨ 91 ਦੇ ਵਿੱਚੋਂ 3 ਤਰ੍ਹਾਂ ਦੇ ਲੋਕ ਐਲੀਜੀਬਲ ਨੇ। ਸੋ ਜਦੋਂ ਵੀ ਤੁਸੀਂ ਕੇਸ ਅਪਲਾਈ ਕਰਨਾ ਪਹਿਲਾਂ ਇਹ ਜਾਣਕਾਰੀ ਲਓ ਕਿ ਤੁਸੀਂ ਲਾਇਸੈਂਸਡ ਹੈਗੇ ਹੋ ਜਾਂ ਨਹੀਂ ਹੈਗੇ ਹੋ। ਫਿਰ ਜੇ ਹੁਣ ਤੁਸੀਂ ਇਹ ਮਾਮਲੇ 'ਚ ਹੈਗੇ ਹੋ ਕਿ ਬੈਨ ਲੱਗਿਆ ਹੋਇਆ ਤੇ ਤੁਹਾਨੂੰ ਇਨਵਾਈਟ ਆ ਗਿਆ, ਜ਼ਰੂਰ ਸਾਡੇ ਆਫਿਸ ਨੂੰ ਸੰਪਰਕ ਕਰੋ ਜੀ। ਜੇ ਸਵਾਲ ਹੈਗਾ ਤਾਂ ਉਹਦਾ ਕਿਤੇ ਨਾ ਕਿਤੇ ਜਵਾਬ ਵੀ ਹੋਣਾ ਚਾਹੀਦਾ। ਬਿਲਕੁਲ ਜੀ। ਸੋ ਦਰਸ਼ਕਾਂ ਨੂੰ ਵੀ ਇਹੀ ਅਸੀਂ ਬੇਨਤੀ ਕਰਾਂਗੇ, ਕੋਈ ਵੀ ਆਪਣਾ ਤੁਸੀਂ ਪ੍ਰੋਸੈਸ ਲਗਾਉਣ ਤੋਂ ਪਹਿਲਾਂ ਇੱਕ ਵਾਰੀ ਮਾਹਿਰ ਦੀ ਸਲਾਹ ਜ਼ਰੂਰ ਲੈ ਲਵੋ। ਤੁਸੀਂ CWC ਇਮੀਗ੍ਰੇਸ਼ਨ ਤੋਂ ਕਿਸੇ ਵੀ ਪ੍ਰਕਾਰ ਦੀਆਂ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ, ਤਿੰਨੋਂ ਆਫਿਸਸ ਦੇ ਨੰਬਰ ਨੀਚੇ ਲਿਖੇ ਹੋਏ ਨੇ, ਤੁਸੀਂ ਕਿਸੇ ਵੀ ਆਫਿਸ ਤੇ ਕਾਲ ਕਰਕੇ ਮਿਸਟਰ ਖਹਿਰਾ ਨਾਲ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।